ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ। ਸੋ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ। ਸੋ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੀ G20 ਜੋ ਕਿ ਇੱਕ ਇੰਟਰਨੈਸ਼ਨਲ ਗਰੁੱਪ ਹੈ। ਸੋ ਲਾਸਟ ਹੀ ਇਸ ਦੇ ਨਾਲ ਰਿਲੇਟਡ ਆਪਣੇ ਭਾਰਤ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਜੋ ਕਿ ਤੁਹਾਡੇ ਕਰੰਟ ਅਫੇਅਰ ਦੇ ਕਾਫੀ ਸਾਰੇ ਸਵਾਲ ਜਿਹੜੇ ਹੈ ਉਹ ਕ੍ਰੀਏਟ ਕਰਦੇ ਹੈਗੀ। ਸੋ ਇਹ ਤੁਹਾਨੂੰ ਸਾਰੇ ਹੀ ਐਗਜ਼ਾਮ ਦੇ ਲਈ ਹੈਲਪਫੁਲ ਰਹੂਗਾ ਕਿਉਂਕਿ ਇਹ ਤੁਹਾਡਾ ਟੌਪਿਕ ਜਿਹੜਾ ਹੈ ਕਰੰਟ ਅਫੇਅਰ ਦੇ ਵਿੱਚ ਐਡ ਕੀਤਾ ਜਾਊਗਾ, ਜਿਸ ਦੇ ਵਿੱਚੋਂ ਕਾਫੀ ਸਾਰੇ ਕੁਐਸਚਨ ਜਿਹੜੇ ਆ ਉਹ ਕਰੰਟ ਅਫੇਅਰ ਦੇ ਬਣਦੇ ਹੈਗੇ ਨੇਗੇ। ਠੀਕ ਹੈ, G20 ਇੰਟਰਨੈਸ਼ਨਲ ਗਰੁੱਪ ਹੈ ਜਿਸ ਦੇ ਕਿ ਕਾਫੀ ਸਾਰੇ ਫੀਚਰਸ ਹੈਗੇ ਨੇ। ਇਸ ਦੀ ਸਟੈਬਲਿਸ਼ਮੈਂਟ ਹੈ, ਇਸ ਤੋਂ ਇਲਾਵਾ ਹੋਰ ਕਾਫੀ ਸਾਰੇ ਕੰਮ ਜਿਹੜੇ ਹੈ ਇਸ ਸੰਸਥਾ ਦੇ ਦੁਆਰਾ ਵਰਲਡ ਲੈਵਲ ਦੇ ਉੱਪਰ ਕੀਤੇ ਜਾਂਦੇ ਹੈਗੇ। ਸੋ ਉਹਨਾਂ ਨੂੰ ਆਪਾਂ ਇਸ ਦੇ ਵਿੱਚ ਡਿਸਕਸ ਕਰਾਂਗੇ ਜੋ ਕਿ ਕਾਫੀ ਇੰਪੋਰਟੈਂਟ ਹੈ। ਓਕੇ, WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੈਗੇ ਹੋ, ਜਿੱਥੇ ਤੁਹਾਨੂੰ ਸਾਰੇ ਕਲਾਸਾਂ ਦੇ ਨੋਟੀਫਿਕੇਸ਼ਨ ਪਲੱਸ ਇਸ ਤੋਂ ਇਲਾਵਾ ਹੋਰ ਕਾਫੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਪ੍ਰੋਵਾਈਡ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਹਨਾਂ ਕਲਾਸਾਂ ਦੀ PDF ਕਲੈਕਟ ਕਰਨ ਦੇ ਲਈ ਤੁਸੀਂ ਰਮਨ ਇੰਸਟੀਚਿਊਟ ਦੀ ਜੋ ਐਪ ਆ ਉਹ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੈਗੇ ਹੋ। ਉੱਥੇ ਤੁਹਾਨੂੰ ਇਹਨਾਂ ਕਲਾਸਾਂ ਦੀ PDF ਵੀ ਜਿਹੜੀ ਹੈ ਉਹ ਪ੍ਰੋਵਾਈਡ ਕੀਤੀ ਜਾਂਦੀ ਹੈਗੀ ਆ। ਓਕੇ, ਤਾਂ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਸੈਸ਼ਨ। G20 ਦਾ ਮਤਲਬ ਹੈ ਗਰੁੱਪ 20, ਮਤਲਬ ਕਿ 20 ਦੇਸ਼ਾਂ ਦਾ ਇੱਕ ਗਰੁੱਪ ਹੈ ਜਿਸ ਨੂੰ ਕਿ ਆਪਾਂ G20 ਦੇ ਨਾਮ ਨਾਲ ਜਾਣਦੇ ਹੈਗੇ ਆ। ਕਿਉਂਕਿ ਜਦੋਂ ਇਸ ਸੰਸਥਾ ਦੀ ਸ਼ੁਰੂਆਤ ਹੁੰਦੀ ਹੈ ਤਾਂ ਉਸ ਸਮੇਂ ਇਸ ਦੇ ਵਿੱਚ ਤਕਰੀਬਨ 20 ਦੇਸ਼ ਜਿਹੜੇ ਆ ਉਹ ਸ਼ਾਮਲ ਰਹਿੰਦੇ ਆ। ਉਹਦੇ ਆਧਾਰ ਦੇ ਉੱਪਰ ਇਸ ਨੂੰ ਜਿਹੜਾ ਹੈ ਗਰੁੱਪ 20 ਦੇ ਨਾਮ ਨਾਲ ਜਿਹੜਾ ਹੈ ਉਹ ਜਾਣਿਆ ਜਾਂਦਾ ਹੈ। ਇਹ ਇੱਕ ਇੰਟਰਨੈਸ਼ਨਲ ਸੰਸਥਾ ਹੈ, ਯਾਨੀ ਕਿ ਪੂਰੇ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਕੰਮ ਕਰਦੀ ਹੈਗੀ ਆ, ਜਿਸ ਦੀ ਇਸਟੈਬਲਿਸ਼ਮੈਂਟ ਜਿਹੜੀ ਹੈਗੀ ਆ 26 ਸਤੰਬਰ 1999 ਨੂੰ ਹੋਈ। 26 ਸਤੰਬਰ 1999 ਨੂੰ G20 ਜਿਹੜਾ ਹੈ ਇਸ ਨੂੰ ਇਸਟੈਬਲਿਸ਼ ਕੀਤਾ ਗਿਆ ਸੀਗਾ। ਇਸ ਸੰਸਥਾ ਨੂੰ ਬਣਾਉਣ ਦਾ ਮੁੱਖ ਮੋਟਿਵ ਜਾਂ ਉਦੇਸ਼ ਰਿਹਾ ਸੀਗਾ ਗਲੋਬਲ ਆਰਥਿਕਤਾ ਦੇ ਮੁੱਖ ਮੁੱਦਿਆਂ ਦੇ ਉੱਪਰ ਚਰਚਾ ਕਰਨਾ ਅਤੇ ਪ੍ਰਣਾਲੀਗਤ ਦੇ ਲਈ ਉਸ ਨੂੰ ਜਿਹੜਾ ਹੈਗਾ ਪ੍ਰਯੋਗ ਕਰਨਾ ਅਤੇ ਨਾਲ ਹੀ ਉਦਯੋਗਿਕ ਅਤੇ ਵਿਕਾਸਸ਼ੀਲ ਅਰਥਚਾਰਿਆਂ ਨੂੰ ਇਕੱਠੇ ਕਰਨਾ। ਮਤਲਬ ਕਿ ਇਹਦਾ ਮੁੱਖ ਮੋਟਿਵ ਹੈ ਜੀ ਗਲੋਬਲ ਪੱਧਰ ਦੇ ਉੱਪਰ ਜਿਹੜਾ ਹੈ ਵਰਲਡ ਲੈਵਲ ਦੇ ਉੱਪਰ ਇਕਨੋਮੀ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਪਰ ਚਰਚਾ ਕਰਨਾ ਹੈ, ਜਿਸ ਦੇ ਵਿੱਚ ਉਦਯੋਗਾਂ ਨੂੰ ਲੈ ਕੇ, ਇੰਡਸਟਰੀ ਨੂੰ ਲੈ ਕੇ ਅਤੇ ਡਿਵੈਲਪਮੈਂਟ ਨੂੰ ਲੈ ਕੇ ਜਿਹੜਾ ਹੈ ਚਰਚਾ ਕੀਤੀ ਜਾਂਦੀ ਹੈ ਅਤੇ ਉਹਨਾਂ ਦੇ ਉੱਪਰ ਫੋਕਸ ਕੀਤਾ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਉਸ ਨੂੰ ਮੈਨੇਜ ਕੀਤਾ ਜਾਵੇ। ਠੀਕ ਹੈ, ਵਰਤਮਾਨ ਸਮੇਂ ਸਾਲ 2023 ਦੇ ਅਕੋਰਡਿੰਗ ਜਿਹੜਾ ਇਸ ਦਾ ਚੇਅਰਮੈਨ ਹੈ ਜੀ ਉਹ ਹੈ ਜੀ ਲੁਲਾ ਸਿਲਵਾ, ਜੋ ਕਿ ਬ੍ਰਾਜ਼ੀਲ ਦੇ ਰਾਸ਼ਟਰਪਤੀ ਹੈਗੇ। ਇਹ ਵਰਤਮਾਨ ਸਮੇਂ ਜਿਹੜਾ ਹੈ G20 ਦੇ ਚੇਅਰਮੈਨ ਹੈਗੇ ਨੇ। ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਲੁਲਾ ਦਾ ਸਿਲਵਾ। ਓਕੇ, ਸੋ ਇਹਨਾਂ ਦੇ ਵਰਤਮਾਨ ਸਮੇਂ ਰਾਸ਼ਟਰਪਤੀ ਹੈਗੇ। 26 ਸਤੰਬਰ 1999 ਨੂੰ ਇਸ ਨੂੰ ਇਸਟੈਬਲਿਸ਼ ਕੀਤਾ ਗਿਆ ਹੈ। ਇੱਕ ਇੰਟਰਨੈਸ਼ਨਲ ਸੰਸਥਾ ਹੈਗੀ। ਓਕੇ, ਵਰਤਮਾਨ ਸਮੇਂ ਇਸ ਦੇ ਵਿੱਚ ਜਿਹੜੇ ਮੈਂਬਰ ਦੇਸ਼ ਨੇ ਜੀ ਉਹਨਾਂ ਦੀ ਸੰਖਿਆ 21 ਹੈਗੀ। ਹਾਲਾਂਕਿ ਪਹਿਲਾਂ 20 ਸੀ ਬਟ ਹੁਣ 21 ਹੋ ਚੁੱਕੀ ਹੈਗੀ। ਇਸ ਦੇ ਵਿੱਚ ਧਿਆਨ ਰੱਖਣਾ ਕਿ ਇਸ ਦੇ ਵਿੱਚੋਂ 21 ਦੇ ਵਿੱਚੋਂ 19 ਦੇਸ਼ ਹੈਗੇ ਨੇਗੇ ਅਤੇ 2 ਸੰਘ ਨੇਗੇ, ਯਾਨੀ ਕਿ ਯੂਨੀਅਨ ਹੈਗੇ ਨੇਗੇ। ਤਾਂ ਇਹਨਾਂ ਸਾਰਿਆਂ ਤੋਂ ਮਿਲ ਕੇ ਜਿਹੜਾ ਹੈ ਜੀ ਇਹ ਇੱਕ ਇੰਟਰਨੈਸ਼ਨਲ ਸੰਸਥਾ ਬਣੀ ਹੋਈ ਹੈ। 19 ਦੇਸ਼ਾਂ ਦੇ ਵਿੱਚ ਨਾਮ ਆਉਂਦਾ ਹੈ ਜੀ ਅਰਜਨਟੀਨਾ ਦਾ, ਆਸਟ੍ਰੇਲੀਆ ਦਾ, ਬ੍ਰਾਜ਼ੀਲ ਦਾ, ਕੈਨੇਡਾ ਦਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਮੈਕਸੀਕੋ, ਦੱਖਣੀ ਕੋਰੀਆ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਪ੍ਰਾਂਤ ਹੈ। ਇਹ 19 ਦੇਸ਼ ਨੇਗੇ ਅਤੇ 2 ਇਸ ਦੇ ਵਿੱਚ ਜਿਹੜੇ ਹੈ ਯੂਨੀਅਨ ਹੈ। ਇੱਕ ਹੈ ਅਫਰੀਕਨ ਯੂਨੀਅਨ ਯਾਨੀ ਕਿ ਸੰਘ ਅਤੇ ਦੂਸਰਾ ਹੈ ਯੂਰਪੀ ਸੰਘ। ਤਾਂ ਟੋਟਲ ਇਸ ਦੇ ਵਿੱਚ 21 ਮੈਂਬਰ ਵਰਤਮਾਨ ਸਮੇਂ ਕੰਮ ਕਰ ਰਹੇ ਨੇਗੇ, ਜੋ ਕਿ ਸਥਾਈ ਤੌਰ ਦੇ ਉੱਪਰ ਇਸ ਦੀ ਭੂਮਿਕਾ ਨਿਭਾ ਰਹੇ ਆ, ਜਿਸ ਦੇ ਵਿੱਚ ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਮੈਕਸੀਕੋ, ਦੱਖਣੀ ਕੋਰੀਆ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ ਅਤੇ ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਪ੍ਰਾਂਤ ਦੇ ਜਿਹੜੇ ਦੇਸ਼ ਨੇ ਉਹ ਸ਼ਾਮਲ ਨੇ, ਜਿਨ੍ਹਾਂ ਤੋਂ ਮਿਲ ਕੇ ਸਾਰਾ ਜਿਹੜਾ ਹੈਗਾ ਇਹ ਗਰੁੱਪ ਬਣਿਆ ਹੋਇਆ ਹੈ। 2 ਇਸ ਦੇ ਵਿੱਚ ਸੰਘ ਨੇ, ਇੱਕ ਅਫਰੀਕਨ ਸੰਘ ਹੈ ਅਤੇ ਦੂਸਰਾ ਯੂਰਪੀ ਸੰਘ ਹੈ, ਜਿਹਨੂੰ ਯੂਰਪੀਅਨ ਸੰਘ ਵੀ ਕਹਿ ਸਕਦੇ ਹੈਗੇ ਆਪਾਂ। ਓਕੇ, ਤਾਂ ਟੋਟਲ 21 ਮੈਂਬਰ ਇਸ ਦੇ ਵਿੱਚ ਸ਼ਾਮਲ ਹੈਗੇ ਨੇਗੇ। ਸਭ ਤੋਂ ਇੰਪੋਰਟੈਂਟ ਅਤੇ ਜਿਹੜੇ ਸਵਾਲ ਇਸ ਦੇ ਵਿੱਚੋਂ ਬਣਨ ਵਾਲੇ ਨੇ ਉਹ ਹੈਗੇ ਜੀ ਇਸ ਦੀਆਂ ਸੰਮਤੀਆਂ ਤੋਂ, ਯਾਨੀ ਕਿ ਇਸ ਦੀਆਂ ਜਿਹੜੀਆਂ ਮੀਟਿੰਗਾਂ ਨੇਗੀਆਂ ਉਹ ਕਦੋਂ ਹੋਈਆਂ ਅਤੇ ਕਿੰਨੀਆਂ ਹੋ ਚੁੱਕੀਆਂ ਹੈਗੀਆਂ ਨੇ, ਉਹ ਸਾਰੇ ਇਸ ਦੇ ਵਿੱਚ ਇੰਪੋਰਟੈਂਟ ਹੈਗੇ ਨੇਗੇ। ਠੀਕ ਹੈ, G20 ਸੰਮਤੀ ਜਿਹੜੀਆਂ ਹੈਗੀਆਂ ਨੇਗੀਆਂ ਵਰਤਮਾਨ ਸਮੇਂ ਭਾਰਤ ਦੇ ਵਿੱਚ ਜਿਹੜੀ ਹੋਈ ਆ ਉਹ 18ਵੀਂ ਹੋਈ ਹੈਗੀ ਆ, ਯਾਨੀ ਕਿ ਹੁਣ ਤੱਕ ਜੇਕਰ ਆਪਾਂ ਗੱਲ ਕਰੀਏ 2023 ਦੇ ਅਕੋਰਡਿੰਗ ਤਾਂ 18 ਜਿਹੜੀਆਂ ਨੇਗੀਆਂ ਉਹ ਸੰਮਤੀਆਂ ਹੋ ਚੁੱਕੀਆਂ ਹੈਗੀਆਂ ਨੇਗੀਆਂ। ਓਕੇ, ਪਹਿਲੀ ਜਿਹੜੀ ਹੈ ਜੀ ਬਿਲਕੁਲ ਪਹਿਲੀ ਸੰਮਤੀ ਇਸ ਦੀ ਜਿਹੜੀ ਵੈਰੀ ਇੰਪੋਰਟੈਂਟ ਹੈ ਉਹ ਹੈ 14 ਨਵੰਬਰ ਤੋਂ ਲੈ ਕੇ 15 ਨਵੰਬਰ ਸਾਲ 2008 ਦੇ ਵਿੱਚ। 2008 ਦੇ ਵਿੱਚ ਜਿਹੜੀ ਪਹਿਲੀ ਮੀਟਿੰਗ ਕੀਤੀ ਗਈ ਸੀ, ਹਾਲਾਂਕਿ ਇਹ ਇਸਟੈਬਲਿਸ਼ਮੈਂਟ ਸਾਲ 1999 ਦੇ ਵਿੱਚ ਹੋ ਚੁੱਕੀ ਸੀਗੀ। ਓਕੇ, ਸੋ ਇਹ ਹੋਈ ਸੀਗੀ ਜੀ ਸੰਯੁਕਤ ਪ੍ਰਾਂਤ, ਜਿਹਨੂੰ ਕਿ USA ਕਿਹਾ ਜਾਂਦਾ ਹੈ, ਅਮਰੀਕਾ ਕਿਹਾ ਜਾਂਦਾ ਹੈ। ਸੋ ਇਸ ਖੇਤਰ ਦੇ ਵਿੱਚ ਹੋਈ ਸੀਗੀ। ਜਿਹੜਾ ਮੇਨ ਸਥਾਨ ਸੀਗਾ ਉਹ ਸੀਗਾ ਜੀ ਵਾਸ਼ਿੰਗਟਨ DC, ਜੋ ਕਿ ਇਸ ਦੀ ਕੈਪੀਟਲ ਹੈਗੀ।
ਸਥਾਨ ਰਿਹਾ ਸੀਗਾ ਜੀ ਨੈਸ਼ਨਲ ਬਿਲਡਿੰਗ ਮਿਊਜ਼ੀਅਮ। ਇਸ ਸਥਾਨ ਵਿਖੇ ਇਸ ਮੀਟਿੰਗ ਨੂੰ ਜਿਹੜਾ ਬੁਲਾਇਆ ਗਿਆ ਸੀਗਾ ਤੇ ਪਹਿਲੀ ਹੀ ਮੀਟਿੰਗ ਦੇ ਵਿੱਚ ਪਹਿਲੇ ਮੇਜ਼ਬਾਨ ਸੀਗੇ ਜਿਸ ਨੇ ਚੇਅਰਮੈਨੀ ਕੀਤੀ ਸੀ ਉਹ ਸੀਗੇ ਜੀ ਜਾਰਜ ਡਬਲਯੂ ਬੁਸ਼, ਜੋ ਕਿ ਉਸ ਸਮੇਂ ਦੇ ਜਿਹੜੇ ਹੈ ਰਾਸ਼ਟਰਪਤੀ ਸੀਗੇ। ਉਹਨਾਂ ਨੇ ਇਸ ਦੀ ਜਿਹੜੀ ਪ੍ਰਧਾਨਗੀ ਕੀਤੀ ਸੀਗੀ ਜੀ। ਓਕੇ, ਪਹਿਲਾ ਜਿਹੜਾ ਸੈਸ਼ਨ ਹੈ ਸਾਲ 2008 ਦੇ ਵਿੱਚ 14 ਤੋਂ 15 ਨਵੰਬਰ ਦੇ ਵਿਚਕਾਰ ਹੋਇਆ ਸੀ, ਵਾਸ਼ਿੰਗਟਨ ਡੀਸੀ ਯਾਨੀ ਕਿ USA ਦੇ ਵਿੱਚ ਹੋਇਆ ਸੀ। ਜਾਰਜ ਡਬਲਯੂ ਬੁਸ਼ ਜਿਹੜੇ ਹੈ ਉਹ ਰਾਸ਼ਟਰਪਤੀ ਸੀ ਜੋ ਕਿ ਇਸ ਸੰਮੇਲਨ ਦੀ ਮੇਜ਼ਬਾਨੀ ਕਰ ਰਹੇ ਸੀਗੇ, ਯਾਨੀ ਕਿ ਪ੍ਰਧਾਨਗੀ ਕਰ ਰਹੇ ਸੀਗੇ। ਦੂਸਰਾ ਸੰਮੇਲਨ ਹੈ ਜੀ 2 ਅਪ੍ਰੈਲ 2009 ਨੂੰ, ਯਾਨੀ ਕਿ ਅਗਲੇ ਸਾਲ 2 ਅਪ੍ਰੈਲ 2009 ਨੂੰ ਹੋਇਆ ਹੈ, ਜਿਹੜਾ ਕਿ ਯੂਨਾਈਟਿਡ ਕਿੰਗਡਮ ਯਾਨੀ ਕਿ ਇੰਗਲੈਂਡ ਦੇ ਵਿੱਚ ਹੋਇਆ ਸੀ। ਤੇ ਇੰਗਲੈਂਡ ਦੇ ਵਿੱਚ ਇਹਨਾਂ ਮੀਟਿੰਗਾਂ ਨੂੰ ਬੁਲਾਇਆ ਗਿਆ ਸੀਗਾ ਜੀ ਉਹਨਾਂ ਦੇ ਸ਼ਹਿਰ ਲੰਡਨ ਦੇ ਵਿੱਚ। ਲੰਡਨ ਦੇ ਵਿੱਚ ਐਕਸਲ ਲੰਡਨ ਜਿਹੜਾ ਹੈ ਉਸ ਸਥਾਨ ਵਿਖੇ ਇਹਨਾਂ ਮੀਟਿੰਗ ਨੂੰ ਜਿਹੜਾ ਹੈ ਆਰਗੇਨਾਈਜ਼ ਕੀਤਾ ਸੀਗਾ। ਤੇ ਇਸ ਸਮੇਂ ਜਿਹੜਾ ਹੈ ਪ੍ਰਧਾਨਗੀ ਕਰਨ ਵਾਲਾ ਵਿਅਕਤੀ ਸੀਗਾ ਜੀ ਉਹ ਸੀਗਾ ਜੀ ਗੋਰਡਨ ਬਰਾਊਨ। ਸੋ ਇਸ ਸਮੇਂ ਉਸ ਦੀ ਪ੍ਰਧਾਨਗੀ ਕਰਨ ਵਾਲੇ ਪ੍ਰਧਾਨ ਮੰਤਰੀ ਸੀਗੇ ਇੰਗਲੈਂਡ ਦੇ। ਤੀਜਾ ਸੈਸ਼ਨ ਜਿਹੜਾ ਹੈ ਜੀ 24 ਤੋਂ 25 ਸਤੰਬਰ ਸਾਲ 2009 ਦੇ ਵਿੱਚ ਹੀ ਹੁੰਦਾ ਹੈਗਾ। ਸੋ ਇਕੱਠੇ ਹੁੰਦੇ ਹੈਗੇ ਨੇਗੇ, ਠੀਕ ਹੈ। ਪਹਿਲਾ ਤੇ ਦੂਜਾ ਤੇ ਤੀਜਾ ਜਿਹੜੇ ਇੱਕੋ ਸਾਲ ਦੇ ਵਿੱਚ ਹੁੰਦੇ ਆ। 2009 ਦੇ ਵਿੱਚ 2 ਵਾਰੀ ਇਹ ਸੈਸ਼ਨ ਹੁੰਦੇ ਹੈਗੇ ਨੇਗੇ। ਤੀਜਾ ਸੈਸ਼ਨ ਜਿਹੜਾ ਹੈਗਾ ਉਹ ਅਮਰੀਕਾ ਦੇ ਵਿੱਚ ਆਉਂਦਾ ਹੈ। ਇੱਥੋਂ ਸੰਯੁਕਤ ਪ੍ਰਾਂਤ ਦਾ ਮਤਲਬ ਹੈ ਅਮਰੀਕਾ, USA, ਠੀਕ ਹੈ, ਯਾਦ ਰੱਖਣਾ। USA ਦੇ ਪਿਟਸਬਰਗ ਜਿਹੜਾ ਹੈ ਸ਼ਹਿਰ ਦੇ ਵਿੱਚ ਇਸ ਮੀਟਿੰਗ ਨੂੰ ਬੁਲਾਇਆ ਗਿਆ ਸੀਗਾ ਤੇ ਸਥਾਨ ਰਿਹਾ ਸੀਗਾ ਜੀ ਡੇਵਿਡ ਐਲ ਲਾਰੈਂਸ ਕਨਵੈਨਸ਼ਨ ਸੈਂਟਰ। ਇਸ ਸਥਾਨ ਵਿਖੇ ਤੀਸਰਾ ਸੰਮੇਲਨ ਜਿਹੜਾ ਹੈ ਉਹ G20 ਦਾ ਬੁਲਾਇਆ ਗਿਆ ਸੀਗਾ, ਜਿਸ ਦੀ ਅਗਵਾਈ ਜਿਹੜੀ ਕੀਤੀ ਸੀਗੀ, ਲੀਡਰਸ਼ਿਪ ਸੀਗੀ, ਜਿਹੜੀ ਪ੍ਰਧਾਨਗੀ ਸੀਗੀ ਉਹ ਬਰਾਕ ਓਬਾਮਾ ਉਸ ਸਮੇਂ ਦੇ ਰਾਸ਼ਟਰਪਤੀ ਦੇ ਦੁਆਰਾ ਕੀਤੀ ਗਈ ਸੀਗੀ। ਚੌਥਾ ਸੰਮੇਲਨ ਜਿਹੜਾ ਹੈ ਉਹ 26 ਤੋਂ 27 ਜੂਨ ਦੇ ਵਿਚਕਾਰ 26 ਤੋਂ 27 ਜੂਨ ਸਾਲ 2010 ਦੇ ਵਿੱਚ ਕੀਤਾ ਗਿਆ ਸੀਗਾ। ਇਹ ਸੰਮੇਲਨ ਕੈਨੇਡਾ ਦੇ ਵਿੱਚ ਹੋਇਆ ਸੀਗਾ ਤੇ ਟੋਰਾਂਟੋ ਸ਼ਹਿਰ ਦੇ ਵਿੱਚ ਇਸ ਨੂੰ ਆਰਗੇਨਾਈਜ਼ ਕੀਤਾ ਗਿਆ ਸੀਗਾ। ਮੈਟਰੋ ਟੋਰਾਂਟੋ ਕਨਵੈਨਸ਼ਨ ਸੈਂਟਰ ਜਿਹੜਾ ਹੈ ਉਸ ਸਥਾਨ ਵਿਖੇ ਇਸ ਮੀਟਿੰਗ ਨੂੰ ਬੁਲਾਇਆ ਗਿਆ ਸੀਗਾ, ਜਿਸ ਦੀ ਅਗਵਾਈ ਉੱਥੋਂ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਕੀਤੀ ਸੀਗੀ। ਪਹਿਲੇ 3 ਵੈਰੀ ਇੰਪੋਰਟੈਂਟ ਹੈਗੇ ਨੇ, ਬਾਕੀਆਂ ਦੇ ਉੱਪਰ ਆਪਾਂ ਸਾਰਿਆਂ ਦੇ ਉੱਪਰ ਜਿਹੜਾ ਉਹ ਚਰਚਾ ਰੱਖਣੀ ਹੁੰਦੀ ਹੈਗੀ ਹੈ। ਸੋ ਪੰਜਵਾਂ ਹੈ ਜੀ ਇਹਨਾਂ ਦੇ ਵਿੱਚੋਂ 11 ਤੋਂ 12 ਨਵੰਬਰ ਸਾਲ 2010 ਦੇ ਵਿੱਚ। ਇੱਥੇ ਵੀ 2 ਸੈਸ਼ਨ ਦੇਖਣ ਨੂੰ ਮਿਲਦੇ ਹੈਗੇ ਨੇਗੇ। 11 ਤੋਂ 12 ਨਵੰਬਰ ਸਾਲ 2010 ਦੇ ਵਿੱਚ ਇਹ ਸੰਮੇਲਨ ਦੱਖਣੀ ਕੋਰੀਆ ਦੇ ਵਿੱਚ ਹੋਇਆ ਸੀਗਾ, ਸਾਊਥ ਕੋਰੀਆ ਦੇ ਵਿੱਚ ਹੋਇਆ ਸੀ, ਉਸ ਦੇ ਸ਼ਹਿਰ ਸਿਓਲ ਦੇ ਵਿੱਚ ਹੋਇਆ ਸੀਗਾ। COC ਸੰਮੇਲਨ ਜਿਹੜਾ ਹੈ ਤੇ ਪ੍ਰਦਰਸ਼ਨੀ ਕੇਂਦਰ ਹੈ ਜਿਹੜਾ ਕਿ ਦੱਖਣੀ ਕੋਰੀਆ ਦੇ ਵਿੱਚ ਉਸ ਸਥਾਨ ਵਿਖੇ ਇਸ ਸੰਮੇਲਨ ਨੂੰ ਬੁਲਾਇਆ ਗਿਆ ਸੀ, ਜਿਸ ਦੀ ਪ੍ਰਧਾਨਗੀ ਕੀਤੀ ਸੀ ਲੀ ਮਯੂੰਗ ਵਾਕ ਨੇ। ਲੀ ਮਯੂੰਗ ਵਾਕ ਦੇ ਦੁਆਰਾ ਇਸ ਸੰਮੇਲਨ ਦੀ ਜਿਹੜੀ ਆ ਉਹ ਅਗਵਾਈ ਕੀਤੀ ਗਈ ਸੀਗੀ। 6ਵਾਂ ਸੰਮੇਲਨ ਜਿਹੜਾ ਹੈ ਉਹ 3 ਤੋਂ 4 ਨਵੰਬਰ ਸਾਲ 2011 ਦੇ ਵਿੱਚ ਕੀਤਾ ਗਿਆ ਸੀ। 3 ਤੋਂ 4 ਨਵੰਬਰ ਸਾਲ 2011 ਦੇ ਵਿੱਚ 6ਵਾਂ ਸੰਮੇਲਨ ਕੀਤਾ ਗਿਆ ਸੀ। ਇਹ ਫਰਾਂਸ ਦੇ ਵਿੱਚ ਹੋਇਆ ਸੀ, ਯੂਰਪ ਦੇ ਵਿੱਚ ਹੋਇਆ ਸੀਗਾ ਤੇ ਫਰਾਂਸ ਦੇ ਕੈਂਸ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਇਸ ਨੂੰ ਬੁਲਾਇਆ ਗਿਆ ਸੀ। ਪੈਲਸ ਡੇਸ ਤਿਉਹਾਰ ਦੇ ਵਿੱਚ ਜਿਹੜਾ ਹੈਗਾ ਇਸ ਨੂੰ ਬੁਲਾਇਆ ਗਿਆ ਸੀਗਾ ਅਤੇ ਨਿਕੋਲਸ ਸਰਕੋਜੀ ਜਿਹੜੇ ਹੈਗੇ ਨੇਗੇ ਉਹ ਫਰਾਂਸ ਦੇ ਉਸ ਸਮੇਂ ਦੇ ਵਿੱਚ ਜਿਹੜੇ ਚਾਂਸਲਰ ਸੀਗੇ, ਸੋ ਉਹਨਾਂ ਦੇ ਜਿਹੜੇ ਹੈਗੇ ਪ੍ਰਧਾਨਗੀ ਦੇ ਅਧੀਨ ਜਿਹੜਾ ਹੈ ਇਹ 6ਵਾਂ ਸੰਮੇਲਨ ਉਹ ਬੁਲਾਇਆ ਗਿਆ ਸੀਗਾ। 7ਵਾਂ ਸੰਮੇਲਨ 18 ਤੋਂ 19 ਜੂਨ ਸਾਲ 2012 ਦੇ ਵਿੱਚ ਬੁਲਾਇਆ ਗਿਆ ਸੀਗਾ। ਮੈਕਸੀਕੋ ਦੇ ਵਿੱਚ ਜਿਹੜਾ ਇਹ ਸੰਮੇਲਨ ਹੋਇਆ ਸੀਗਾ। ਸੈਨ ਜੋਸੇ ਡੇਲ ਕਾਬੋ ਅਤੇ ਲੋਸ ਕਾਬੋਸ ਜਿਹੜਾ ਖੇਤਰ ਹੈ ਇਸ ਸਥਾਨ ਵਿਖੇ ਇਸ ਸੰਮੇਲਨ ਨੂੰ ਜਿਹੜਾ ਬੁਲਾਇਆ ਗਿਆ ਸੀ ਸ਼ਹਿਰ ਦੇ ਵਿੱਚ। ਅਤੇ ਪ੍ਰਮੁੱਖ ਸੈਂਟਰ ਹੈ ਸੀਗਾ ਜੀ ਲਾਸ ਕੈਬੋਸ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ। ਇਸ ਸਥਾਨ ਵਿਖੇ ਇਹਨਾਂ ਦੀ ਜਿਹੜੀ ਮੀਟਿੰਗ ਹੋਈ ਸੀਗੀ, ਜਿਸ ਦੀ ਪ੍ਰਧਾਨਗੀ ਕੀਤੀ ਸੀਗੀ ਜਿੱਥੇ ਫਿਲਿਪ ਕੈਲਡਰਨ ਦੇ ਦੁਆਰਾ ਇਸ ਦੀ ਪ੍ਰਧਾਨਗੀ ਕੀਤੀ ਗਈ ਸੀਗੀ 7ਵੇਂ ਸੰਮੇਲਨ ਦੀ। ਅਤੇ 8ਵਾਂ ਸੰਮੇਲਨ 5 ਤੋਂ 6 ਸਤੰਬਰ ਸਾਲ 2013 ਦੇ ਵਿੱਚ ਹੋਇਆ ਸੀਗਾ। ਇਹ ਰੂਸ ਦੇ ਵਿੱਚ ਹੋਇਆ ਸੀਗਾ ਸੰਮੇਲਨ ਅਤੇ ਰੂਸ ਦੇ ਸੈਂਟ ਪਿਟਸਬਰਗ ਸ਼ਹਿਰ ਦੇ ਵਿੱਚ ਜਿਹੜਾ ਸੰਮੇਲਨ ਨੂੰ ਬੁਲਾਇਆ ਗਿਆ ਸੀਗਾ। ਸਥਾਨ ਦਾ ਨਾਮ ਸੀਗਾ ਜੀ ਕਾਸਟੀਨ ਪੈਲਸ ਜਿਹੜਾ ਹੈ ਉੱਥੇ ਇਸ ਸੰਮੇਲਨ ਨੂੰ ਆਰਗੇਨਾਈਜ਼ ਕੀਤਾ ਗਿਆ ਸੀ, ਜਿਸ ਦੀ ਪ੍ਰਧਾਨਗੀ ਵਲਾਦੀਮੀਰ ਪੁਤਿਨ ਨੇ ਕੀਤੀ ਸੀਗੀ ਜੋ ਕਿ ਉੱਥੋਂ ਦਾ ਰਾਸ਼ਟਰਪਤੀ ਹੈ। ਓਕੇ, 9ਵਾਂ ਸੰਮੇਲਨ 15 ਤੋਂ 16 ਨਵੰਬਰ ਸਾਲ 2014 ਦੇ ਵਿੱਚ। 15 ਤੋਂ 16 ਨਵੰਬਰ ਸਾਲ 2014 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਹੈ ਤੇ ਆਸਟ੍ਰੇਲੀਆ ਦੇ ਬ੍ਰਿਸਬੇਨ ਖੇਤਰ ਦੇ ਵਿੱਚ ਜਿਹੜਾ ਹੈਗਾ ਇਸ ਸੰਮੇਲਨ ਨੂੰ ਬੁਲਾਇਆ ਗਿਆ ਸੀਗਾ। ਬ੍ਰਿਸਬੇਨ ਕਨਵੈਨਸ਼ਨ ਤੇ ਪ੍ਰਦਰਸ਼ਨੀ ਕੇਂਦਰ ਦੇ ਵਿੱਚ ਇਸ ਸੰਮੇਲਨ ਨੂੰ ਆਰਗੇਨਾਈਜ਼ ਕੀਤਾ ਗਿਆ ਸੀਗਾ ਤੇ ਉਸ ਸਮੇਂ ਦੇ ਜਿਹੜੇ ਉੱਥੇ ਪ੍ਰਧਾਨ ਮੰਤਰੀ ਸੀਗੇ ਟੋਨੀ ਐਬਟ ਜਿਹੜਾ ਹੈ ਉਹਨਾਂ ਨੇ ਇਸ ਦੀ ਪ੍ਰਧਾਨਗੀ ਕੀਤੀ ਸੀਗੀ। ਓਕੇ, 10ਵਾਂ ਸੰਮੇਲਨ ਹੈ ਜੀ 15 ਤੋਂ 16 ਨਵੰਬਰ ਸਾਲ 2015 ਦੇ ਵਿੱਚ। ਇਹ ਤੁਰਕੀ ਦੇ ਵਿੱਚ ਹੋਇਆ ਸੀਗਾ। ਜੀ ਸੈਰਿਕ ਅੰਚਾਲਾ ਨਾਮੀ ਸ਼ਹਿਰ ਹੈ, ਸੋ ਉਸ ਸਥਾਨ ਵਿਖੇ ਇਹਨਾਂ ਨੂੰ ਬੁਲਾਇਆ ਗਿਆ ਸੀਗਾ ਤੇ ਰੈਗਨਮ ਕੈਰੀਅਰ ਹੋਟਲ ਕਨਵੈਨਸ਼ਨ ਸੈਂਟਰ ਜਿਹੜਾ ਹੈ ਉੱਥੇ ਇਹ ਸਾਰੀ ਮੀਟਿੰਗ ਦਾ ਜਿਹੜਾ ਹੈ ਉਹ ਪ੍ਰਬੰਧ ਕੀਤਾ ਗਿਆ ਸੀਗਾ ਅਤੇ ਇਹਦੀ ਅਗਵਾਈ ਕੀਤੀ ਗਈ ਸੀ ਜੀ ਰੈਸੇਪ ਤਯਾਪ ਐਰਦੋਗਨ। ਠੀਕ ਹੈ, ਐਰਦੋਗਨ ਜਿਹੜਾ ਹੈ ਇਹਦੇ ਦੁਆਰਾ ਇਸ ਦੀ ਪ੍ਰਧਾਨਗੀ ਕੀਤੀ ਗਈ ਸੀਗੀ।
11ਵਾਂ ਸੰਮੇਲਨ 4 ਤੋਂ 5 ਸਤੰਬਰ ਸਾਲ 2016 ਦੇ ਵਿੱਚ ਚੀਨ ਦੇ ਵਿੱਚ ਹੋਇਆ ਸੀਗਾ ਤੇ ਹਾਂਗਯੂ ਸ਼ਹਿਰ ਦੇ ਵਿੱਚ ਇਸ ਸੰਮੇਲਨ ਨੂੰ ਬੁਲਾਇਆ ਗਿਆ ਸੀਗਾ। ਹਾਂਗਯੂ ਅੰਤਰਰਾਸ਼ਟਰੀ ਪ੍ਰਦਰਸ਼ਨੀ ਸੈਂਟਰ ਹੈ ਜੀ, ਇਸ ਸਥਾਨ ਵਿਖੇ ਸੇ ਪੂਰੀ ਮੀਟਿੰਗ ਨੂੰ ਆਰਗੇਨਾਈਜ਼ ਕੀਤਾ ਗਿਆ ਸੀਗਾ, ਜਿਸ ਦੀ ਪ੍ਰਧਾਨਗੀ ਜਿਹੜੀ ਹੈ ਸ਼ੀ ਜਿਨਪਿੰਗ ਦੇ ਦੁਆਰਾ ਕੀਤੀ ਗਈ ਸੀ, ਸ਼ੀ ਜਿਨਪਿੰਗ ਦੇ ਦੁਆਰਾ ਕੀਤੀ ਗਈ ਸੀਗੀ। 12ਵਾਂ ਸੰਮੇਲਨ 7 ਤੋਂ 8 ਜੁਲਾਈ ਸਾਲ 2017 ਦੇ ਵਿੱਚ ਹੋਇਆ ਸੀਗਾ ਤੇ ਜਰਮਨੀ ਦੇ ਵਿੱਚ ਇਸ ਸੰਮੇਲਨ ਨੂੰ ਬੁਲਾਇਆ ਗਿਆ ਸੀਗਾ ਹੈਮਬਰਗ ਸ਼ਹਿਰ ਦੇ ਵਿੱਚ, ਅਤੇ ਹੈਮਬਰਗ ਮੈਸੇ ਨਾਮ ਦਾ ਸਥਾਨ ਸੀਗਾ, ਉਸ ਸਥਾਨ ਵਿਖੇ ਇਸ ਸੰਮੇਲਨ ਦੀ ਮੀਟਿੰਗ ਹੋਈ ਸੀਗੀ ਤੇ ਉੱਥੋਂ ਦਾ ਜਿਹੜਾ ਚਾਂਸਲਰ ਸੀਗਾ ਜੀ ਐਂਜੇਲਾ ਮਰਕੇਲ ਉਸ ਸਮੇਂ ਦਾ ਚਾਂਸਲਰ ਸੀਗਾ ਜਿਹਨੇ ਪ੍ਰਧਾਨਗੀ ਕੀਤੀ ਸੀ। 13ਵਾਂ ਸੰਮੇਲਨ 3 ਨਵੰਬਰ ਤੋਂ 1 ਦਸੰਬਰ ਸਾਲ 2018 ਦੇ ਵਿੱਚ ਹੋਇਆ, ਅਰਜਨਟੀਨਾ ਦੇ ਵਿੱਚ ਹੋਇਆ ਹੈਗਾ, ਅਤੇ ਅਰਜਨਟੀਨਾ ਦੇ ਬਿਊਨਸ ਆਇਰਸ ਸ਼ਹਿਰ ਦੇ ਵਿੱਚ ਜਿਹੜਾ ਹੈ ਕੋਸਟਾ ਸਲਗੇਰੇ ਸੈਂਟਰ ਦੇ ਵਿੱਚ ਇਸ ਨੂੰ ਜਿਹੜਾ ਹੈ ਬੁਲਾਇਆ ਗਿਆ ਸੀਗਾ ਤੇ ਪ੍ਰਧਾਨਗੀ ਕੀਤੀ ਸੀਗੀ ਮੌਰੀਸ਼ੀਅਸ ਮੈਕਰੀ ਦੇ ਦੁਆਰਾ ਕੀਤੀ ਗਈ ਸੀਗੀ। 14ਵਾਂ ਸੰਮੇਲਨ 28 ਤੋਂ 29 ਜੂਨ ਸਾਲ 2019 ਦੇ ਵਿੱਚ ਜਾਪਾਨ ਦੇ ਵਿੱਚ ਹੋਇਆ ਤੇ ਜਾਪਾਨ ਦੇ ਓਸਾਕਾ ਸ਼ਹਿਰ ਦੇ ਵਿੱਚ ਇਸ ਸੰਮੇਲਨ ਨੂੰ ਬੁਲਾਇਆ ਗਿਆ ਸੀਗਾ। ਇੰਟੈਕਸ ਓਸਾਕਾ ਨਾਮੀ ਜਿਹੜਾ ਸਥਾਨ ਹੈ ਉਸ ਸਥਾਨ ਵਿਖੇ ਪੂਰੀ ਮੀਟਿੰਗ ਨੂੰ ਆਰਗੇਨਾਈਜ਼ ਕੀਤਾ ਗਿਆ ਸੀ, ਜਿਹਦੀ ਅਗਵਾਈ ਜਿਹੜੀ ਹੈ ਸਿੰਜੋ ਆਬੇ ਦੇ ਦੁਆਰਾ ਕੀਤੀ ਗਈ ਸੀ, ਜੋ ਕਿ ਉੱਥੋਂ ਦਾ ਹੈੱਡ ਸੀਗਾ। 15ਵਾਂ ਸੰਮੇਲਨ G20 ਦਾ। 15ਵਾਂ ਸੰਮੇਲਨ ਜਿਹੜਾ ਹੈ ਉਹ 21-22 ਨਵੰਬਰ ਸਾਲ 2020 ਦੇ ਵਿੱਚ ਹੋਇਆ ਸੀਗਾ। ਸਾਊਦੀ ਅਰਬ ਦੇ ਵਿੱਚ ਇਸ ਸੰਮੇਲਨ ਨੂੰ ਬੁਲਾਇਆ ਗਿਆ ਸੀਗਾ ਤੇ ਰਿਆਦ ਸ਼ਹਿਰ ਜਿਹੜਾ ਹੈ ਸਾਊਦੀ ਅਰਬ ਦਾ, ਉੱਥੇ ਇਹ ਸੰਮੇਲਨ ਨੂੰ ਆਰਗੇਨਾਈਜ਼ ਕੀਤਾ ਗਿਆ ਸੀਗਾ। ਸਾਊਦੀ ਅਰਬ ਦੇ ਵਿੱਚ ਕੋਵਿਡ-19 ਮਹਾਮਾਰੀ ਦੇ ਕਾਰਨ ਕਰਕੇ ਇਹ ਸੰਮੇਲਨ ਵਿਸ਼ਵ ਵਿਆਪੀ ਵੀਡੀਓ ਕਾਨਫਰੰਸ ਦੇ ਨਾਲ ਹੋਇਆ ਸੀ। ਮੋਸਟ ਇੰਪੋਰਟੈਂਟ ਕੁਐਸਚਨ ਹੈ ਕਿ G20 ਦਾ ਕਿਹੜਾ ਸੰਮੇਲਨ ਹੈ ਜਿਹੜਾ ਕਿ ਕਰੋਨਾ ਦੇ ਕਾਰਨ ਕਰਕੇ ਵੈਸੇ ਤਾਂ ਨਹੀਂ ਹੋ ਪਾਇਆ ਫਿਜ਼ੀਕਲੀ, ਬਟ ਉਸ ਨੂੰ ਵੀਡੀਓ ਕਾਨਫਰੰਸ ਦੇ ਨਾਲ ਕੰਪਲੀਟ ਜ਼ਰੂਰ ਕੀਤਾ ਗਿਆ ਸੀਗਾ। ਉਹ 15ਵਾਂ ਸੰਮੇਲਨ ਸੀਗਾ, ਸਾਲ 2020 ਦੇ ਵਿੱਚ ਇਸ ਸੰਮੇਲਨ ਨੂੰ ਕਰਵਾਇਆ ਗਿਆ ਸੀਗਾ। 21 ਨਵੰਬਰ ਤੋਂ 22 ਨਵੰਬਰ ਤੱਕ ਇਹ ਸੰਮੇਲਨ ਚੱਲਿਆ ਸੀਗਾ ਅਤੇ ਇਹਦੀ ਅਗਵਾਈ ਕੀਤੀ ਸੀਗੀ ਰਾਜਾ ਸਲਮਾਨ ਨੇ। ਰਾਜਾ ਸਲਮਾਨ ਦੇ ਦੁਆਰਾ ਜਿਹੜੀ ਹੈ ਇਸ ਦੀ ਅਗਵਾਈ ਕੀਤੀ ਗਈ ਸੀ। 16ਵਾਂ ਸੰਮੇਲਨ 30 ਅਕਤੂਬਰ ਤੋਂ 31 ਅਕਤੂਬਰ ਤੱਕ ਸਾਲ 2021 ਦੇ ਵਿੱਚ ਇਟਲੀ ਦੇ ਵਿੱਚ ਹੋਇਆ ਸੀਗਾ ਅਤੇ ਇਹ ਰੋਮ ਦੇ ਵਿੱਚ ਜਿਹੜਾ ਹੈ, ਉਸ ਦੀ ਕੈਪੀਟਲ ਰੋਮ ਦੇ ਵਿੱਚ ਜਿਹੜਾ ਹੈ ਸੰਮੇਲਨ ਨੂੰ ਕੀਤਾ ਗਿਆ ਸੀ। EUR ਕਨਵੈਨਸ਼ਨ ਸੈਂਟਰ ਜਿਹੜਾ ਹੈ ਇਸ ਸਥਾਨ ਵਿਖੇ ਇਸ ਪੂਰੀ ਮੀਟਿੰਗ ਦਾ ਜਿਹੜਾ ਹੈ ਉਹ ਪ੍ਰਬੰਧ ਕੀਤਾ ਗਿਆ ਸੀਗਾ ਅਤੇ ਪ੍ਰਧਾਨਗੀ ਕੀਤੀ ਸੀ ਮਾਰੀਓ ਡਾਰਾਂਗੀ ਦੇ ਦੁਆਰਾ। ਮਾਰੀਓ ਡਾਰਾਂਗੀ ਨੇ ਜਿਹੜਾ ਹੈ ਇਸ ਕਨਵੈਨਸ਼ਨ ਦੀ ਜਿਹੜੀ ਹੈ ਉਹ ਪ੍ਰਧਾਨਗੀ ਕੀਤੀ ਗਈ ਸੀ। 17ਵਾਂ ਸੰਮੇਲਨ 15-16 ਨਵੰਬਰ ਸਾਲ 2022 ਨੂੰ 15-16 ਨਵੰਬਰ ਸਾਲ 2022 ਨੂੰ ਹੋਇਆ ਸੀ, ਇੰਡੋਨੇਸ਼ੀਆ ਦੇ ਵਿੱਚ ਹੋਇਆ ਸੀਗਾ ਤੇ ਨੂਸਾ ਦੁਆ ਬਾਲੀ ਨਾਮੀ ਖੇਤਰ ਦੇ ਵਿੱਚ ਜਿਹੜਾ ਹੈ ਇਸ ਸੰਮੇਲਨ ਨੂੰ ਬੁਲਾਇਆ ਗਿਆ ਸੀਗਾ ਤੇ ਅਪੂਰਵਾ ਕੰਪੈਕਸੀ ਬਾਲੀ ਨਾਮੀ ਸਥਾਨ ਵਿਖੇ ਇਸ ਮੀਟਿੰਗ ਨੂੰ ਆਰਗੇਨਾਈਜ਼ ਕੀਤਾ ਗਿਆ ਸੀ, ਜਿਹਦੀ ਅਗਵਾਈ ਯੂਕੋ ਵਿਡੋਡ ਦੇ ਦੁਆਰਾ ਕੀਤੀ ਗਈ ਸੀਗੀ। ਆ 16ਵਾਂ ਤੇ 17ਵਾਂ ਸੰਮੇਲਨ ਯਾਦ ਰੱਖਿਓ, ਇਹ ਆਪਾਂ ਅੱਗੇ ਡਿਸਕਸ ਕਰਾਂਗੇ ਕਿਉਂਕਿ ਇਹਦੇ ਤਹਿਤ ਹੀ ਭਾਰਤ ਦਾ ਜਿਹੜਾ 2023 ਦਾ ਸੰਮੇਲਨ ਹੁੰਦਾ ਹੈਗਾ, ਇਹਨਾਂ ਦੋਨਾਂ ਦੇ ਵਿੱਚ ਫੈਸਲੇ ਲਏ ਗਏ ਸੀਗੇ। ਧਿਆਨ ਨਾਲ ਸੁਣਨਾ ਇਸ ਨੂੰ, ਓਕੇ। 18ਵਾਂ ਸੰਮੇਲਨ ਜਿਹੜਾ ਕਿ ਵਰਤਮਾਨ ਸਮੇਂ ਹੋਇਆ ਹੈਗਾ 9 ਤੋਂ 10 ਦਸੰਬਰ 2023 ਨੂੰ ਹੋਇਆ ਹੈਗਾ ਤੇ ਭਾਰਤ ਦੇ ਵਿੱਚ ਇਹ ਨਵੀਂ ਦਿੱਲੀ ਦੇ ਵਿੱਚ ਸੰਮੇਲਨ ਹੋਇਆ ਸੀਗਾ। ਭਾਰਤ ਦੇ ਮੰਡਪਮ ਜਿਹੜਾ ਖੇਤਰ ਹੈ, ਇਸ ਖੇਤਰ ਦੇ ਵਿੱਚ ਜਿਹੜਾ ਇਸ ਸੰਮੇਲਨ ਨੂੰ ਬੁਲਾਇਆ ਗਿਆ ਸੀ, ਜਿਸ ਦੀ ਪ੍ਰਧਾਨਗੀ ਕੀਤੀ ਸੀਗੀ ਜੀ ਨਰਿੰਦਰ ਮੋਦੀ ਦੇ ਦੁਆਰਾ। ਨਰਿੰਦਰ ਮੋਦੀ ਨੇ ਜਿਹੜਾ ਇਸ ਦੀ ਪ੍ਰਧਾਨਗੀ ਕੀਤੀ ਸੀ। 19ਵਾਂ ਸੰਮੇਲਨ ਜਿਹੜਾ ਅਗਲਾ 18 ਤੋਂ 19 ਨਵੰਬਰ ਸਾਲ 2024 ਦੇ ਵਿੱਚ ਹੋਣਾ ਹੈ ਬ੍ਰਾਜ਼ੀਲ ਦੇ ਵਿੱਚ ਰਾਇਓ ਡੀਓ ਜਨੇਰੋ ਦੇ ਵਿੱਚ, ਠੀਕ ਹੈ। ਸਥਾਨ TBT ਜਿਹੜਾ ਹੈਗਾ ਅਤੇ ਲਾਓਸ ਲੋਲਾ ਜਿਹੜਾ ਟੂ ਸਿਲਵਾ ਜਿਹੜੇ ਜਾਨੀ ਕਿ ਪ੍ਰੈਜ਼ੀਡੈਂਟ ਜਿਹੜੇ ਹੈਗੇ ਆ ਉਹ ਇਸ ਦੇ ਪ੍ਰੈਜ਼ੀਡੈਂਟ ਰਹਿਣਗੇ। ਹਾਲਾਂਕਿ ਉਸ ਸਮੇਂ ਤੱਕ ਕੀ ਹੋਣਾ ਹੈ ਕਿਸੇ ਨੂੰ ਨਹੀਂ ਪਤਾ ਹੈ, ਬਟ ਇੱਕ ਵਾਰ ਜਿਹੜਾ ਹੈ ਇਹਨਾਂ ਨੂੰ ਹੀ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਨਿਯੁਕਤ ਕੀਤਾ ਹੋਇਆ। ਬ੍ਰਾਜ਼ੀਲ ਦੇ ਵਿੱਚ ਅਗਲਾ ਸੰਮੇਲਨ ਜਿਹੜਾ ਹੋਣਾ ਹੈ। ਭਾਰਤ ਦੇ ਵਿੱਚ 18ਵਾਂ ਹੋਇਆ 9 ਤੋਂ 10 ਸਤੰਬਰ ਜਿਹੜਾ ਹੈਗਾ ਕਿ 2023 ਦੇ ਵਿੱਚ ਇਸ ਸੰਮੇਲਨ ਨੂੰ ਬੁਲਾਇਆ ਗਿਆ ਸੀਗਾ, ਓਕੇ, ਨਵੀਂ ਦਿੱਲੀ ਦੇ ਵਿੱਚ। ਹੁਣ ਆਪਾਂ ਗੱਲ ਕਰਦੇ ਹਾਂ ਸੰਮੇਲਨ ਤੋਂ ਬਾਅਦ ਕਿ ਜਿਹੜਾ ਸਾਡੇ ਭਾਰਤ ਦੇ ਵਿੱਚ ਸੰਮੇਲਨ ਹੋਇਆ ਹੈਗਾ ਇਹ ਕਿਹੜੀ ਤਰੀਕ ਨੂੰ ਹੋਣਾ ਸੀਗਾ, ਪਰ ਇਸ ਨੂੰ ਕਿਸ ਕਾਰਨ ਕਰਕੇ ਚੇਂਜ ਕਰਕੇ ਜਿਹੜਾ ਹੈ ਵਰਤਮਾਨ ਸਮੇਂ ਸਾਲ 2023 ਦੇ ਵਿੱਚ ਕੀਤਾ, ਇਹਦੀ ਬੈਕਗਰਾਉਂਡ ਹੈਗੀ ਆ। ਭਾਰਤ ਨੇ ਜਿਹੜਾ ਹੈ ਸਾਲ 2021 ਦੇ ਵਿੱਚ G20 ਸੰਮੇਲਨ ਅਤੇ 2022 ਦੇ ਵਿੱਚ ਇਟਲੀ ਨੇ ਜਿਹੜਾ ਹੈਗਾ ਮੇਜ਼ਬਾਨੀ ਕਰਨੀ ਸੀਗੀ। ਧਿਆਨ ਨਾਲ ਸੁਣਨਾ, ਭਾਰਤ ਨੇ ਸਾਲ 2021 ਦੇ ਵਿੱਚ G20 ਦਾ ਸੰਮੇਲਨ ਦੀ ਅਗਵਾਈ ਕਰਨੀ ਸੀ ਤੇ 2022 ਦੇ ਵਿੱਚ ਇਟਲੀ ਨੇ ਮੇਜ਼ਬਾਨੀ ਕਰਨੀ ਸੀ, ਪ੍ਰਧਾਨਗੀ ਕਰਨੀ ਸੀਗੀ, ਠੀਕ ਹੈ। ਇਸ ਨੂੰ ਲੈ ਕੇ ਜਿਹੜਾ ਹੈ ਵੱਖਰੇ ਵੱਖਰੇ ਸਮੇਂ ਦੇ ਉੱਪਰ ਜਿਹੜਾ ਹੈਗਾ ਸਿਫਾਰਸ਼ਾਂ ਹੁੰਦੀਆਂ ਰਹਿੰਦੀਆਂ ਨੇਗੀਆਂ ਤੇ ਬੇਨਤੀਆਂ ਕੀਤੀਆਂ ਜਾਂਦੀਆਂ ਕਿ ਸਾਨੂੰ ਇਸ ਤਰੀਕੇ ਦੇ ਇਸ ਸਾਲ ਦੇ ਵਿੱਚ ਜਿਹੜੀ ਮਤਲਬ ਮੀਟਿੰਗ ਚਾਹੀਦੀ ਹੈ। ਤਾਂ ਉਸੇ ਤਰੀਕੇ ਦੇ ਨਾਲ ਕੀ ਕੀਤਾ ਕਿ ਅਰਜਨਟੀਨਾ ਦੇ ਵਿੱਚ ਸਾਲ 2018 ਦੇ ਵਿੱਚ ਜਿਹੜਾ G20 ਹੋਇਆ ਸੀਗਾ ਬਿਊਨਸ ਆਇਰਸ ਸੰਮੇਲਨ ਦੇ ਵਿੱਚ, ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਕਿਹਾ ਸੀਗਾ ਕਿ ਇਟਲੀ ਨੂੰ 2021 ਦੇ ਵਿੱਚ ਸੰਮੇਲਨ ਦੀ ਮੇਜ਼ਬਾਨੀ ਕਰਨੀ ਹੈ ਤੇ ਭਾਰਤ ਨੂੰ ਜਿਹੜਾ ਹੈ 2022 ਦੇ ਵਿੱਚ ਮੇਜ਼ਬਾਨੀ ਕਰਨ ਦੀ ਜਿਹੜੀ ਹੈ ਇਜਾਜ਼ਤ ਦਿੱਤੀ ਜਾਵੇ।
ਧਿਆਨ ਨਾਲ ਸੁਣਨਾ। ਆਪਸ਼ਨ ਦੇ ਵਿੱਚ ਪਹਿਲੀ ਲਾਈਨ ਦੇ ਵਿੱਚ ਲਿਖਿਆ ਹੈ ਕਿ ਭਾਰਤ ਨੇ 2021 ਦੇ ਵਿੱਚ ਮੇਜ਼ਬਾਨੀ ਕਰਨੀ ਸੀਗੀ ਅਤੇ ਇਟਲੀ ਨੇ 2022 ਦੇ ਵਿੱਚ ਕਰਨੀ ਸੀ। ਪਰ ਅਰਜਨਟੀਨਾ ਦੇ 2018 ਦੇ ਸੰਮੇਲਨ ਦੇ ਵਿੱਚ ਨਰਿੰਦਰ ਮੋਦੀ ਨੇ ਕਿਹਾ ਸੀਗਾ ਕਿ ਸਾਨੂੰ ਜਿਹੜਾ ਹੈਗਾ ਮੇਜ਼ਬਾਨੀ ਉਹ 2022 ਦੇ ਵਿੱਚ ਦੇ ਦਿਓ, ਯਾਨੀ ਕਿ ਭਾਰਤ ਨੂੰ 2022 ਦੇ ਵਿੱਚ ਤੇ ਇਟਲੀ ਨੂੰ ਪਹਿਲਾਂ ਕਰ ਦਿਓ, ਸਾਲ 2021 ਦੇ ਵਿੱਚ ਸੰਮੇਲਨ ਜਿਹੜਾ ਹੈ ਉਹ ਦੇ ਦਿੱਤਾ ਹੋਏ। ਠੀਕ ਹੈ, ਇਹ ਫਿਕਸ ਹੋ ਗਿਆ ਸੀਗਾ। ਪਰ ਇਸ ਤੋਂ ਬਾਅਦ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਦੇ ਮੌਕੇ ਦੇ ਉੱਪਰ ਇਟਲੀ ਨੇ ਕੀ ਕਰ ਦਿੱਤਾ ਕਿ ਭਾਰਤ ਨੂੰ 2022 ਦੇ ਵਿੱਚ G20 ਸੰਮੇਲਨ ਦੀ ਮੇਜ਼ਬਾਨੀ ਕਰਨ ਦੀ ਸਹਿਮਤੀ ਦੇ ਦਿੱਤੀ ਸੀਗੀ। ਠੀਕ ਹੈ, ਕਿਉਂਕਿ ਇਹਨਾਂ ਨੇ ਭਾਰਤ ਨੇ ਸਿਫਾਰਿਸ਼ ਪਾਈ ਸੀ ਅਰਜਨਟੀਨਾ 2018 ਦੇ ਸੰਮੇਲਨ ਦੇ ਵਿੱਚ, ਤੇ ਉੱਥੇ ਇਟਲੀ ਨੇ 75ਵੇਂ ਸੰਮੇਲਨ ਦੇ ਵਿੱਚ ਇਹ ਘੋਸ਼ਿਤ ਕਰ ਦਿੱਤਾ ਕਿ ਠੀਕ ਹੈ ਜੀ 2022 ਦੇ ਵਿੱਚ ਭਾਰਤ ਸੰਮੇਲਨ ਕਰੂਗਾ ਅਤੇ 21 ਦੇ ਵਿੱਚ ਇਟਲੀ ਜਿਹੜਾ ਹੈ ਉਹ ਆਰਗੇਨਾਈਜ਼ ਕਰ ਲੂਗਾ, ਕਿਉਂਕਿ ਇਹਨਾਂ ਦੀ ਸਹਿਮਤੀ ਸੀ। ਇਹਦੇ ਆਧਾਰ ਦੇ ਉੱਪਰ ਜਿਹੜਾ ਹੈ ਇਹ ਪੋਸੀਬਲ ਹੋਇਆ ਸੀਗਾ। ਪਰ ਅੱਗੇ ਜਾ ਕੇ ਇੱਕ ਹੋਰ ਘਟਨਾ ਵਾਪਰਦੀ ਹੈ ਕਿ ਇੰਡੋਨੇਸ਼ੀਆ ਦਾ ਵਿਦੇਸ਼ ਮੰਤਰੀ ਸੀਗਾ ਜਿਸ ਦਾ ਨਾਮ ਸੀਗਾ ਜੀ ਰੈਤਨੋ ਮਾਰਸ਼ੂਦੀ, ਉਹਦੇ ਦੁਆਰਾ ਫਿਰ ਬੇਨਤੀ ਕਰੇਗੀ ਭਾਰਤ ਨੂੰ। ਇਟਲੀ ਨੇ ਭਾਰਤ ਨੇ ਜਿਹੜਾ ਹੈ ਉਹ ਅਰਜਨਟੀਨਾ ਸੰਮੇਲਨ ਦੇ ਵਿੱਚ ਇਟਲੀ ਨੂੰ ਸਿਫਾਰਿਸ਼ ਕੀਤੀ ਸੀਗੀ ਕਿ ਜਿਹੜਾ ਹੈ 2021 ਦੇ ਵਿੱਚ ਇਟਲੀ ਸੰਮੇਲਨ ਕਰੇਗਾ ਤੇ 2022 ਦੇ ਵਿੱਚ ਭਾਰਤ ਕਰੇਗਾ। ਤੇ ਇਟਲੀ ਨੇ 2022 ਦੇ ਵਿੱਚ ਹੈ ਨਾ ਮਤਲਬ ਜਿਹੜੀ ਉਸ ਨੂੰ ਇਜਾਜ਼ਤ ਦਿੱਤੀ ਕਿ ਠੀਕ ਹੈ ਜੀ ਅਸੀਂ ਇਸ ਤਰੀਕੇ ਨਾਲ ਐਕਸੈਪਟ ਕਰਾਂਗੇ। ਪਰ ਇਸ ਤੋਂ ਬਾਅਦ ਇੱਕ ਘਟਨਾ ਹੋਰ ਵਾਪਰਦੀ ਹੈ ਕਿ ਇੰਡੋਨੇਸ਼ੀਆ ਦਾ ਵਿਦੇਸ਼ ਮੰਤਰੀ ਰੈਤਨੋ ਮਾਰਸ਼ੂਦੀ ਜਿਹੜਾ ਸੀ ਉਹਦੇ ਦੁਆਰਾ ਭਾਰਤ ਨੂੰ ਬੇਨਤੀ ਕੀਤੀ ਗਈ ਕਿ ਜਿਹੜਾ ਇੰਡੋਨੇਸ਼ੀਆ ਹੈਗਾ ਉਹ ਸਾਲ 2023 ਦੇ ਵਿੱਚ, ਠੀਕ ਹੈ, ਜਿਹੜਾ ਇੰਡੋਨੇਸ਼ੀਆ ਹੈ ਉਹ ਸਾਲ 2023 ਦੇ ਵਿੱਚ ਕੀ ਹੈਗਾ ਏਸ਼ੀਅਨ ਦਾ ਜਿਹੜਾ ਹੈ ਸੰਮੇਲਨ ਕਰਵਾ ਰਿਹਾ ਹੈ। ਇਸ ਕਰਕੇ 2023 ਦੇ ਵਿੱਚ ਇੰਡੋਨੇਸ਼ੀਆ ਜਿਹੜਾ ਹੈ ਉਹ ਬਿਜੀ ਰਹੂਗਾ, ਕਿਉਂਕਿ 2023 ਦੇ ਵਿੱਚ ਇਹ ਮੀਟਿੰਗ ਜਿਹੜੀ ਹੈ ਇੰਡੋਨੇਸ਼ੀਆ ਦੇ ਵਿੱਚ ਹੋਣੀ ਸੀਗੀ, ਪਰ ਇੰਡੋਨੇਸ਼ੀਆ ਜਿਹੜਾ ਹੈਗਾ ਬਿਜੀ ਹੋਣ ਕਰਕੇ ਜਿਹੜਾ ਹੈ ਇਸ ਸੰਮੇਲਨ ਨੂੰ ਆਰਗੇਨਾਈਜ਼ ਨਹੀਂ ਕਰ ਪਾਇਆ। ਇਸ ਲਈ ਫਿਰ ਉਸਨੇ ਜਿਹੜਾ ਹੈ 22 ਵਾਲਾ ਸੰਮੇਲਨ ਚੇਂਜ ਕਰਕੇ, ਯਾਨੀ ਕਿ ਭਾਰਤ ਦੇ ਵਿੱਚ ਜਿਹੜਾ 22 ਵਾਲਾ ਸੰਮੇਲਨ ਹੋਣਾ ਸੀ ਉਸ ਨੂੰ 2023 ਦੇ ਵਿੱਚ ਸੈੱਟ ਕਰ ਦਿੱਤਾ ਸੀਗਾ ਤਾਂ ਕਿ ਜਿਹੜਾ ਹੈ ਕੋਈ ਸਮੱਸਿਆ ਉਸ ਨੂੰ ਨਾ ਆਵੇ। ਠੀਕ ਹੈ, ਤੇ ਇਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ 2022 ਦੀ ਜਗ੍ਹਾ ਤੇ 2023 ਦੇ ਵਿੱਚ ਇਹ ਸੰਮੇਲਨ ਹੁੰਦਾ ਹੈਗਾ। ਸੋ ਇੰਡੋਨੇਸ਼ੀਆ ਅਤੇ ਇਟਲੀ ਦੇ ਸਹਿਯੋਗ ਦੇ ਸਦਕਾ। ਤਾਂ ਵਰਤਮਾਨ ਸਮੇਂ ਸਾਲ 2023 ਦੇ ਵਿੱਚ G20 ਦੀ ਜਿਹੜੀ ਹੈ ਨਵੀਂ ਦਿੱਲੀ ਦੇ ਵਿੱਚ ਸਿਖਰ ਸੰਮੇਲਨ ਹੋਇਆ ਹੈ, ਉਹ 18ਵਾਂ ਹੈ, ਵੈਰੀ ਇੰਪੋਰਟੈਂਟ ਹੈ। 18ਵਾਂ ਸੰਮੇਲਨ ਹੋਇਆ ਸੀਗਾ। ਸਥਾਨ ਰਿਹਾ ਸੀਗਾ ਮਡਪ ਅੰਤਰਰਾਸ਼ਟਰੀ ਪ੍ਰਦਰਸ਼ਨੀ ਕਨਵੈਨਸ਼ਨ ਸੈਂਟਰ, ਜਿਹੜਾ ਕਿ ਪ੍ਰਗਤੀ ਮੈਦਾਨ ਦੇ ਵਿੱਚ ਹੈ ਨਵੀਂ ਦਿੱਲੀ ਦੇ ਵਿੱਚ। ਉਸ ਸਥਾਨ ਵਿਖੇ ਜਿਹੜਾ ਹੈਗਾ ਇਸ ਮੀਟਿੰਗ ਨੂੰ ਬੁਲਾਇਆ ਗਿਆ ਸੀਗਾ। ਸਮਾਂ ਰਿਹਾ ਸੀਗਾ 9 ਤੋਂ 10 ਸਤੰਬਰ 2023। 9 ਤੋਂ 10 ਸਤੰਬਰ 2023 ਭਾਰਤ ਦੇ ਵਿੱਚ ਇਹ ਪਹਿਲੀ ਵਾਰ G20 ਸੰਮੇਲਨ ਕੀਤਾ ਗਿਆ ਸੀਗਾ। ਇਹ ਵੈਰੀ ਇੰਪੋਰਟੈਂਟ ਹੈ। ਇਸ ਤੋਂ ਪਹਿਲਾਂ ਕਦੇ ਵੀ G20 ਜਿਹੜਾ ਭਾਰਤ ਦੇ ਵਿੱਚ ਨਹੀਂ ਹੋਇਆ ਸੀ। ਇਹ ਫਸਟ ਟਾਈਮ ਹੋਇਆ ਸੀਗਾ ਜੀ ਦਿੱਲੀ ਦੇ ਵਿੱਚ ਸਾਲ 2023 ਦੇ ਵਿੱਚ। 18ਵਾਂ ਸੰਮੇਲਨ ਸੀਗਾ। 2023 ਦੇ ਸੰਮੇਲਨ ਦੇ ਵਿੱਚ ਮੋਟੋ ਰੱਖਿਆ ਗਿਆ ਹੈ ਜੀ ਵਾਸੁਦੈਵ ਕੁਟੁੰਬਕਮ। ਠੀਕ ਹੈ, ਵਾਸੁਦੈਵ ਕੁਟੁੰਬਕ ਜਿਹੜਾ ਹੈ ਇਸ ਦਾ ਮੋਟੋ ਰੱਖਿਆ ਗਿਆ ਸੀ, ਜਿਹਦਾ ਮੀਨਿੰਗ ਹੈ ਜੀ ਇੱਕ ਧਰਤੀ, ਇੱਕ ਪਰਿਵਾਰ ਤੇ ਇੱਕ ਭਵਿੱਖ। ਇਹ ਇਹਦਾ ਹੀ ਪੰਜਾਬੀ ਦੇ ਵਿੱਚ ਮੀਨਿੰਗ ਬਣਦਾ ਹੈਗਾ। ਅਤੇ ਇਹਦੇ ਚੇਅਰਮੈਨ ਸੀਗੇ ਜੀ ਨਰਿੰਦਰ ਮੋਦੀ, ਜੋ ਕਿ ਵਰਤਮਾਨ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਹੈਗੇ ਨੇਗੇ। ਭਾਰਤ ਸਰਕਾਰ ਨੇ ਇਸ ਸੰਮੇਲਨ ਨੂੰ ਕਰਾਉਣ ਦੇ ਲਈ ਜਿਹੜਾ ਬਜਟ ਰੱਖਿਆ ਸੀਗਾ ਉਹ 990 ਕਰੋੜ ਰੁਪਏ ਦਾ ਸੀਗਾ, ਯਾਨੀ ਕਿ 990 ਕਰੋੜ ਰੁਪਏ ਦੇ ਵਿੱਚ ਇਸ ਪੂਰੇ ਆਰਗੇਨਾਈਜੇਸ਼ਨ ਨੂੰ, ਪੂਰੇ ਜਿਹੜਾ ਹੈ ਮੀਟਿੰਗਸ ਨੂੰ ਜਿਹੜਾ ਹੈ ਆਰਗੇਨਾਈਜ਼ ਕੀਤਾ ਗਿਆ ਸੀਗਾ। ਓਕੇ, 2023 ਦੇ 18ਵੇਂ ਸੰਮੇਲਨ ਦੇ ਵਿੱਚ ਜੋ ਕਿ ਭਾਰਤ ਦੇ ਵਿੱਚ ਸੰਮੇਲਨ ਹੋਇਆ ਸੀ, ਉਹਦੇ ਕੁਝ ਪ੍ਰਮੁੱਖ ਏਜੰਡੇ ਰਹੇ ਸੀ, ਜਿਨ੍ਹਾਂ ਦੀ ਸੰਖਿਆ 6 ਹੈ। 6 ਏਜੰਡੇ ਪ੍ਰਮੁੱਖ ਰਹੇ ਸੀ, ਹਾਲਾਂਕਿ ਹੋਰ ਵੀ ਬਹੁਤ ਸਾਰੇ ਵਿਸ਼ਿਆਂ ਦੇ ਉੱਪਰ ਚਰਚਾ ਕੀਤੀ ਗਈ ਸੀ, ਪਰ ਇਹ ਪ੍ਰਮੁੱਖ ਸੀਗੇ। ਪਹਿਲਾ ਸੀ ਗ੍ਰੀਨ ਵਿਕਾਸ, ਗ੍ਰੀਨ ਡਿਵੈਲਪਮੈਂਟ, ਜਲਵਾਯੂ ਵਿੱਤ ਅਤੇ ਜੀਵਨ। ਪਹਿਲੇ ਏਜੰਡੇ ਦੇ ਵਿੱਚ ਗੱਲ ਕੀਤੀ ਗਈ ਜੀ ਕਿ ਗ੍ਰੀਨ ਡਿਵੈਲਪਮੈਂਟ ਕੀਤਾ ਜਾਊਗਾ, ਕਲਾਈਮੇਟ ਨੂੰ ਜਿਹੜਾ ਹੈ ਮੌਕਾ ਦਿੱਤਾ ਜਾਊਗਾ ਸਾਫ਼ ਕਰਨ ਦਾ, ਜਾਂ ਮਤਲਬ ਉਸ ਤਰੀਕੇ ਨਾਲ, ਅਤੇ ਜੀਵਨ ਦੇ ਉੱਪਰ ਜਿਹੜਾ ਹੈਗਾ ਪ੍ਰਭਾਵ ਨੂੰ ਜਿਹੜਾ ਹੈ ਕਿਸ ਤਰੀਕੇ ਨਾਲ ਸਹੀ ਕੀਤਾ ਜਾਊਗਾ ਨਾ, ਜੋ ਵੀ ਬੈਡ ਇਫੈਕਟ ਪੈ ਰਹੇ ਹੈਗੇ ਨੇਗੇ। ਇਸ ਤੋਂ ਇਲਾਵਾ ਤੇਜ਼ ਅਤੇ ਸੰਮਿਲਿਤ ਤੇ ਲਚਕੀਲਾ ਵਿਕਾਸ, ਛੇਤੀ ਜਿਹੜਾ ਜਲਦੀ ਜਿਹੜਾ ਵਿਕਾਸ ਕਰਨਾ ਹੈ, ਮਿਕਸਅਪ ਸਮਿਲਿਤ ਜਿਹੜਾ ਹੈ ਉਹ ਵਿਕਾਸ ਹੋਣਾ ਚਾਹੀਦਾ ਤੇ ਲਚਕੀਲਾ ਹੋਣਾ ਚਾਹੀਦਾ ਹੈ। ਇਸ ਏਜੰਡੇ ਦੇ ਉੱਪਰ ਵੀ ਡਿਸਕਸ਼ਨ ਹੋਈ ਸੀਗੀ। ਤੀਸਰਾ ਜਿਹੜਾ ਏਜੰਡਾ ਰਿਹਾ ਸੀਗਾ ਉਹ SDGC ਤੇ ਪ੍ਰਗਤੀ ਨੂੰ ਤੇਜ਼ ਕਰਨਾ, ਇਸ ਦਾ ਪ੍ਰਮੁੱਖ ਉਦੇਸ਼ ਰਿਹਾ ਸੀਗਾ। ਚੌਥੇ ਏਜੰਡੇ ਦੇ ਵਿੱਚ ਤਕਨੀਕੀ ਪਰਿਵਰਤਨ ਅਤੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਵਿੱਚ ਜਿਹੜਾ ਹੈ ਪਰਿਵਰਤਨ ਕਰਨਾ, ਇਸ ਦਾ ਪ੍ਰਮੁੱਖ ਏਜੰਡਾ ਰਿਹਾ ਸੀਗਾ। ਪੰਜਵੇਂ ਦੇ ਵਿੱਚ 21ਵੀਂ ਸਦੀ ਦੇ ਲਈ ਬਹੁਪੱਖੀ ਸੰਸਥਾਵਾਂ ਐਸਟੈਬਲਿਸ਼ ਕਰਨਾ, ਇਹ ਵੀ ਪ੍ਰਮੁੱਖ ਏਜੰਡਾ ਸੀਗਾ। ਤੇ 6ਵਾਂ ਸੀਗਾ ਜੀ ਔਰਤਾਂ ਦੀ ਅਗਵਾਈ ਵਾਲਾ ਵਿਕਾਸ, ਜੋ ਕਿ ਲਿਸਟ ਸੀ ਨਾ ਆਪਣੇ ਮਤਲਬ ਭਾਰਤ ਦੇ ਵਿੱਚ ਐਕਟ ਪਾਸ ਹੋਇਆ ਹੈ। ਸੋ ਸਾਰੇ ਦੇ ਸਾਰੇ ਏਜੰਡੇ ਜਿਹੜੇ ਹੈਗੇ ਨੇ ਇਹ 2023 ਦੀ ਮੀਟਿੰਗ ਦੇ ਵਿੱਚ ਭਾਰਤ ਦੇ ਵਿੱਚ ਹੋਏ ਸੰਮੇਲਨ ਦੇ ਵਿੱਚ ਸੈੱਟ ਕੀਤੇ ਗਏ ਸੀਗੇ। ਓਕੇ, ਇਸ ਸੰਮੇਲਨ ਦੇ ਵਿੱਚ ਭਾਗ ਲੈਣ ਵਾਲੇ ਲੀਡਰ, ਜਿਨ੍ਹਾਂ ਦੇ ਬਾਰੇ ਤੁਹਾਨੂੰ ਅਧਿਕ ਕੁਐਸਚਨ ਆ ਸਕਦਾ ਹੈ ਕਿ ਕਿਹੜੇ ਦੇਸ਼ ਨੇ ਪਾਰਟਿਸਿਪੇਟ ਕੀਤਾ ਸੀਗਾ ਤੇ ਕਿਹੜਾ ਪ੍ਰਧਾਨ ਮੰਤਰੀ ਜਾਂ ਕਿਹੜਾ ਰਾਸ਼ਟਰਪਤੀ ਇਸ ਦੇ ਵਿੱਚ ਸ਼ਾਮਲ ਹੋਇਆ ਸੀ ਤੇ ਕਿਹੜਾ ਨਹੀਂ ਹੋਇਆ ਸੀਗਾ।
2023 ਦੇ ਸੰਮੇਲਨ ਦੇ ਵਿੱਚ ਰੂਸ ਦੇ ਵੱਲੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਗ ਲੈਣਾ ਸੀਗਾ ਤੇ ਉੱਥੇ ਹੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਭਾਗ ਲੈਣਾ ਸੀਗਾ। ਪਰ ਇਹ ਦੋਨੋਂ ਵਿਅਕਤੀਆਂ ਨੇ ਜਿਹੜਾ ਹੈ ਸਾਲ 2023 ਦੇ ਸੰਮੇਲਨ ਦੇ ਵਿੱਚ ਪਾਰਟਿਸਿਪੇਟ ਨਹੀਂ ਕੀਤਾ। ਇਹਨਾਂ ਦੀ ਜਗ੍ਹਾ ਤੇ ਉਹਨਾਂ ਨੇ ਆਪਣੇ ਮੰਤਰੀ ਭੇਜੇ ਜੀ। ਰੂਸ ਦੇ ਵੱਲੋਂ ਰੂਸ ਦਾ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਜਿਹੜਾ ਹੈ ਉਸ ਨੂੰ ਭੇਜਿਆ ਗਿਆ ਤੇ ਚੀਨੀ ਪ੍ਰਧਾਨ ਮੰਤਰੀ ਲੀ ਕਿਆਂਗ ਨੂੰ ਜਿਹੜਾ ਭੇਜਿਆ ਗਿਆ ਜੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਜਗ੍ਹਾ ਦੇ ਉੱਪਰ। ਠੀਕ ਹੈ, ਇਹ ਦੋ ਵਿਅਕਤੀ ਵਲਾਦੀਮੀਰ ਪੁਤਿਨ ਅਤੇ ਸ਼ੀ ਜਿਨਪਿੰਗ ਸ਼ਾਮਲ ਨਹੀਂ ਹੋਏ ਸੀਗੇ, ਹਾਲਾਂਕਿ ਇਹਨਾਂ ਨੂੰ ਹੀ ਸੱਦਾ ਦਿੱਤਾ ਗਿਆ ਸੀ। ਇਹਨਾਂ ਨੇ ਆਪਣੀ ਥਾਂ ਤੇ ਦੂਸਰੇ ਵਿਅਕਤੀ ਨੂੰ ਭੇਜ ਦਿੱਤਾ ਸੀ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਸੀਗਾ ਅਤੇ ਚੀਨੀ ਪ੍ਰਧਾਨ ਮੰਤਰੀ ਲੀ ਕਿਓਂਗ ਜਿਹੜੇ ਹੈਗੇ ਨੇਗੇ ਉਹ ਇਸ ਸੰਮੇਲਨ ਦੇ ਵਿੱਚ ਸ਼ਾਮਲ ਹੋਏ ਸੀਗੇ। ਓਕੇ, ਹੋਰ ਵੱਖਰੇ ਵੱਖਰੇ ਦੇਸ਼ ਇਸ ਦੇ ਵਿੱਚ ਜਿਹੜੇ ਭਾਗ ਲੈਣ ਵਾਲੇ ਸੀਗੇ, ਜਿਨ੍ਹਾਂ ਦੇ ਵਿੱਚ ਅਰਜਨਟੀਨਾ ਦਾ ਅਲਬਰਟੋ ਫਰਨਾਂਡਿਸ ਜੋ ਕਿ ਰਾਸ਼ਟਰਪਤੀ ਸੀਗਾ ਉਸ ਨੇ ਪਾਰਟਿਸਿਪੇਟ ਕੀਤਾ ਸੀਗਾ। ਆਸਟ੍ਰੇਲੀਆ ਦਾ ਐਥਨੀ ਅਲਬਨਾਈਜ਼ ਜਿਹੜਾ ਹੈ ਜੋ ਕਿ ਪ੍ਰਧਾਨ ਮੰਤਰੀ ਸੀ ਉਸ ਨੇ ਪਾਰਟਿਸਿਪੇਟ ਕੀਤਾ ਸੀ। ਬ੍ਰਾਜ਼ੀਲ ਦੇ ਲੂਇਜ਼ ਇਨਫਾਸੀਓ ਲੂਲਾ ਦਾ ਸਿਲਵਾ ਜਿਹੜੇ ਹੈ ਰਾਸ਼ਟਰਪਤੀ ਹੈ, ਸੋ ਇਸ ਦੇ ਵਿੱਚ ਪਾਰਟਿਸਿਪੇਟ ਕਰਦੇ ਆ। ਕੈਨੇਡਾ ਦੇ ਜਸਟਨ ਟਰੂਡੋ ਜੋ ਕਿ ਪ੍ਰਧਾਨ ਮੰਤਰੀ ਆ ਉਹਨਾਂ ਨੇ ਪਾਰਟਿਸਿਪੇਟ ਕੀਤਾ ਸੀਗਾ। ਚੀਨ ਦੇ ਲੀ ਕਿਆਂਗ ਜੋ ਕਿ ਪ੍ਰੀਮੀਅਰ ਸੀਗੇ ਯਾਨੀ ਕਿ ਪ੍ਰਾਈਮ ਮਿਨਿਸਟਰ ਸੀਗੇ, ਸੋ ਉਹਨਾਂ ਨੇ ਇਸ ਦੇ ਵਿੱਚ ਭਾਗ ਲਿਆ ਸੀਗਾ। ਫਰਾਂਸ ਦੇ ਐਮਨੂਅਲ ਮੈਕਰੋਨ ਜੋ ਕਿ ਰਾਸ਼ਟਰਪਤੀ ਆ ਉਹਨਾਂ ਨੇ ਭਾਗ ਲਿਆ ਸੀਗਾ। ਜਰਮਨੀ ਦੇ ਓਲਾਫ ਸਕੋਲਜ਼ ਜੋ ਕਿ ਚਾਂਸਲਰ ਸੀਗੇ ਉਹਨਾਂ ਨੇ 2023 ਦੇ ਸੰਮੇਲਨ ਦੇ ਵਿੱਚ ਪਾਰਟਿਸਿਪੇਟ ਕੀਤਾ ਸੀਗਾ। ਭਾਰਤ ਦੇ ਵੱਲੋਂ ਨਰਿੰਦਰ ਮੋਦੀ ਸੀਗੇ ਜੀ ਅਤੇ ਪ੍ਰਧਾਨ ਮੰਤਰੀ ਹੈਗੇ ਆ ਜਿਨ੍ਹਾਂ ਨੇ ਸਾਡੀ ਪ੍ਰਧਾਨਗੀ ਕੀਤੀ ਸੀ ਸਾਲ 2023 ਦੇ ਸੰਮੇਲਨ ਦੀ। ਇੰਡੋਨੇਸ਼ੀਆ ਦੇ ਵੱਲੋਂ ਜੈਕੋ ਵਿਡੋਡੋ ਸੀਗੇ ਜੋ ਕਿ ਪ੍ਰਧਾਨ ਵੀ ਹੈਗੇ ਨੇ, ਪ੍ਰੈਜ਼ੀਡੈਂਟ ਵੀ ਹੈਗੇ ਨੇ ਤੇ ਇਸ ਤੋਂ ਇਲਾਵਾ ਇਹ ਦੱਖਣੀ ਪੂਰਬੀ ਏਸ਼ੀਆਈ ਰਾਸ਼ਟਰਾਂ ਦੇ ਐਸੋਸੀਏਸ਼ਨ ਦੇ 2023 ਦੇ ਚੇਅਰਪਰਸਨ ਵੀ ਸੀਗੇ। ਇਟਲੀ ਦੇ ਵੱਲੋਂ ਜਾਰਜੀਆ ਮੈਲੋਨੀ ਸੀਗੇ ਜੋ ਕਿ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਆਏ ਸੀਗੇ ਇੱਥੇ। ਠੀਕ ਹੈ, ਯਾਨੀ ਕਿ ਪ੍ਰਧਾਨ ਮੰਤਰੀ ਸੀ ਇਟਲੀ ਦੇ, ਔਰ ਇਹਨਾਂ ਦੀਆਂ ਵੀਡੀਓਜ਼ ਤੁਸੀਂ ਨਾਰਮਲੀ ਦੇਖੀਆਂ ਹੋਣੀਆਂ ਸਾਰੀਆਂ, ਬਹੁਤ ਜ਼ਿਆਦਾ ਜਿਹੜੀਆਂ ਹੈ ਨਾ ਵਾਇਰਲ ਹੋਈਆਂ ਨੇਗੀਆਂ, ਜੋ ਕਿ ਨਰਿੰਦਰ ਮੋਦੀ ਨੂੰ ਲੈ ਕੇ ਦੋਨਾਂ ਨੂੰ ਲੈ ਕੇ ਜਿਹੜਾ ਹੈ ਨਾ ਕਾਫੀ ਮਸਲਾ ਹੋਇਆ ਹੈਗਾ। ਜਾਪਾਨ ਦੇ ਸੀਗੇ ਜੀ ਫਿਊਮੇ ਕਿਸੇਦਾ ਜੋ ਕਿ ਪ੍ਰਧਾਨ ਮੰਤਰੀ ਸੀ, ਇਹਨਾਂ ਨੇ ਪਾਰਟਿਸਿਪੇਟ ਕੀਤਾ ਸੀਗਾ। ਮੈਕਸੀਕੋ ਵੱਲੋਂ ਰਾਕੇਲ ਬੇਰਨਰੋਟੋਸ ਜਿਹੜੇ ਸੀਗੇ ਇਹਨਾਂ ਦੇ ਦੁਆਰਾ ਪਾਰਟਿਸਿਪੇਟ ਕੀਤਾ ਗਿਆ ਸੀ ਜੋ ਕਿ ਫਾਈਨਾਂਸ ਮਿਨਿਸਟਰ ਯਾਨੀ ਕਿ ਆਰਥਿਕ ਜਿਹੜੇ ਮੰਤਰੀ ਸੀਗੇ ਜੀ ਇਹ ਮੈਕਸੀਕੋ ਦੇ। ਦੱਖਣੀ ਕੋਰੀਆ ਦੇ ਵੱਲੋਂ ਯੂਨ ਸੁਕ ਯੂਲ ਦੇ ਵੱਲੋਂ ਪਾਰਟਿਸਿਪੇਟ ਕੀਤਾ ਗਿਆ ਸੀ ਜੋ ਕਿ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਸੀਗੇ। ਰੂਸ ਦੇ ਵੱਲੋਂ ਸਰਗੇਈ ਲਾਵਰੋਵ ਸੀਗੇ ਜੋ ਕਿ ਉੱਥੋਂ ਦੇ ਵਿਦੇਸ਼ ਮੰਤਰੀ ਸੀਗੇ। ਸਾਊਦੀ ਅਰਬ ਦੇ ਵਿੱਚੋਂ ਮੁਹੰਮਦ ਬਿਨ ਸਲਾਮ ਜੋ ਕਿ ਕਰਾਊਨ ਪ੍ਰਿੰਸ ਦੇ ਪ੍ਰਧਾਨ ਮੰਤਰੀ ਹੈਗੇ, ਇਹਨਾਂ ਨੇ ਪਾਰਟਿਸਿਪੇਟ ਕੀਤਾ ਸੀਗਾ। ਦੱਖਣੀ ਅਫਰੀਕਾ ਤੋਂ ਸਿਰਿਲਾ ਰਾਮਾਫੋਸਾ ਜੋ ਕਿ ਰਾਸ਼ਟਰਪਤੀ ਹੈ, ਇਹਨਾਂ ਨੇ ਪਾਰਟਿਸਿਪੇਟ ਕੀਤਾ ਸੀਗਾ। ਤੁਰਕੀ ਦੇ ਵੱਲੋਂ ਰਿਸੇਪ ਤਯਾਪ एरोदोगन जो कि राष्ट्रपति है इन्होंने पार्टिसिपेट किया। यूनाइटेड किंगडम के वलों ऋषि सुनक जो कि प्रधानमंत्री इंग्लैंड के उन्होंने पार्टिसिपेट किया। संयुक्त राष्ट्र अमेरिका के वलों जो बिडेन राष्ट्रपति के तौर पर आए थे। यूरोपीयन यूनीयन के वलों उर्सुला वान डे लेन जो कि यूरोपीयन कमीशन की प्रधान हैगी उन्होंने पार्टिसिपेट किया। इस तो इलावा यूरोपीयन यूनीयन के वलों चार्लस मिशेल जो कि यूरोपीयन कौंसल के प्रधान के रूप में काम करते हैं, इन्होंने भी पार्टिसिपेट किया। ये प्रमुख व्यक्ति से जिन्होंने पार्टिसिपेट किया इस सम्मेलन के। अगे है जी वो देश जिन्होंने भारत ने सद्दा दिता कि तुसी इस सम्मेलन के शामिल होवो, मेहमान के तौर पर आए थे। पिछले वो मैंबर से जोड़े कि मैंबर ने उसके लिए लाजमी है कि वह सम्मेलन के शामिल होण ही होण। ये वो खेत्र ने जिन्होंने सद्दा दिता गया सी भी तुसी ज्वाइन कर सकते हो इन्हां मीटिंगां नूं, जिहदे विचों पहला देश है बांग्लादेश और उत्थों की प्रधानमंत्री सी जी शेख हसीना। सो इन्हें पार्टिसिपेट किया एज ए मेहमान के तौर के उपर, गैसट के तौर के उपर। कोमोरोस देश जिहड़ा है उसके अजली असमानी जो कि राष्ट्रपति है अफ्रीकन यूनीयन के साल 2023 के अकॉर्डिंग इन्होंने पार्टिसिपेट किया। मिस्र के वलों अब्देल फताह अली सीस जिहड़े है राष्ट्रपति सीगे जी, इन्होंने भी पार्टिसिपेट किया मेहमान के तौर के उपर। मार्शस देश के प्रविंद जुगनाथ जो कि प्राइम मिनिस्टर ने उत्थों के उन्होंने पार्टिसिपेट किया। नीदरलैंड के वलों मार्क रूटे जो कि प्रधानमंत्री है इन्हों के द्वारा पार्टिसिपेट किया गया। नाइजीरिया के वलों बोला निबू राष्ट्रपति जिहड़े है इन्होंने पार्टिसिपेट किया। ओमान के वलों असद बिन तारिक जो कि उप प्रधानमंत्री है इन्होंने पार्टिसिपेट किया। सिंगापुर के वलों ली हसीन लुंग जो कि प्रधानमंत्री के तौर पर सीगे इन्होंने पार्टिसिपेट किया। लास्ट है जी दो स्पेन के वलों नादिया कैलोविन या उप प्रधानमंत्री के तौर के उपर जोड़े सीगे स्थाई मेहमान के तौर के उपर इस सद्दे के बुलाए गए सीगे। संयुक्त अरब अमीरात के वलों आए सीगे जी मुहम्मद बिन जायद अल नहयान जो कि राष्ट्रपति है संयुक्त अरब अमीरात के, इन्होंने मेहमान के तौर के उपर पार्टिसिपेट किया। ओके, इस 2023 के सम्मेलन के प्रमुख सिट्टे की निकले, वेरी वेरी इंपॉर्टेंट।
ਸਭ ਤੋਂ ਵੱਡਾ ਸਿੱਟਾ ਤੇ ਸਭ ਤੋਂ ਇੰਪੋਰਟੈਂਟ ਸਿੱਟਾ ਹੈ ਕਿ ਇਸ 2023 ਦੇ ਸੰਮੇਲਨ ਦੇ ਵਿੱਚ 18ਵੇਂ ਸੰਮੇਲਨ ਦੇ ਵਿੱਚ ਇਸ ਦੇ ਵਿੱਚ ਇੱਕ ਨਵਾਂ ਸੰਘ ਜਿਹੜਾ ਹੈ ਉਹ ਸ਼ਾਮਲ ਕੀਤਾ ਗਿਆ ਹੈ, ਜਿਸ ਨੂੰ ਕਿ ਅਫਰੀਕੀ ਸੰਘ ਜਾਂ ਅਫਰੀਕਨ ਸੰਘ ਜਾਂ ਯੂਨੀਅਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਤੇ G20 ਦੇ ਵਿੱਚ ਇੱਕ ਸਥਾਈ ਮੈਂਬਰ ਦੇ ਤੌਰ ਦੇ ਉੱਪਰ ਸ਼ਾਮਲ ਹੁੰਦਾ ਹੈ। ਜਾਣੀ ਕਿ ਹੁਣ ਵਰਤਮਾਨ ਸਮੇਂ ਦੇ ਵਿੱਚ 21 ਦੇਸ਼ ਵਿਦ 2 ਯੂਨੀਅਨ ਕਹਿ ਸਕਦੇ ਆ ਸਮੇਤ 21 ਮੈਂਬਰ ਜਿਹੜੇ ਆ ਉਹ ਬਣ ਚੁੱਕੇ ਹੈਗੇ ਨੇਗੇ। ਇਸ ਸੰਮੇਲਨ ਦੇ ਵਿੱਚ ਗਲੋਬਲ ਬਾਇਓਫਿਊਲਸ ਆਇਲੈਂਸ, ਜਿਹਨੂੰ ਕਿ GBA ਦੇ ਨਾਮ ਵਾਲੀ ਇੱਕ ਨਵੀਂ ਸੰਸਥਾ ਜੋ ਕਿ ਟਿਕਾਊ ਬਾਇਓਫਿਊਲਸ ਦੇ ਵਿਕਾਸ ਅਤੇ ਅਪਣਾਉਣ ਨੂੰ ਉਤਸ਼ਾਹਿਤ ਕਰਨ ਤੇ ਸੰਬੰਧਿਤ ਮਾਪਦੰਡਾਂ ਦਾ ਪ੍ਰਮਾਣੀਕਰਨ ਸੈੱਟ ਕਰਨ ਦੇ ਲਈ ਲਾਂਚ ਕੀਤੀ ਗਈ ਹੈ GBA। ਠੀਕ ਹੈ, ਇਹ G20 18 ਜਿਹੜਾ ਸੰਮੇਲਨ ਹੈ ਇਸ ਦੇ ਵਿੱਚ ਹੋਇਆ ਹੈਗਾ ਗਾ। ਠੀਕ ਹੈ, ਇੱਥੇ ਹੀ ਨਵੀਂ ਦਿੱਲੀ ਦੇ ਵਿੱਚ ਜਿਹੜਾ ਇੱਕ ਐਲਾਨਨਾਮਾ ਵੀ ਜਿਹੜਾ ਹੈ ਸਰਬਸੰਮਤੀ ਦੇ ਨਾਲ ਅਪਣਾਇਆ ਗਿਆ ਹੈ ਅਤੇ ਦੇਸ਼ਾਂ ਦੇ ਇੱਕ ਸਮੂਹ ਨੇ ਭਾਰਤ ਨੂੰ ਮੱਧ ਪੂਰਬੀ ਅਤੇ ਯੂਰਪ ਦੇ ਨਾਲ ਜੋੜਨ ਵਾਲੇ ਇੱਕ ਰੇਲ ਅਤੇ ਸ਼ਿਪਿੰਗ ਕੋਰੀਡੋਰ ਦੀ ਸਥਾਪਨਾ ਕਰਨ ਦੇ ਨਾਲ ਸੰਬੰਧਿਤ ਵੀ ਇੱਕ ਸਮਝੌਤਾ ਕੀਤਾ ਹੈ। ਭਾਰਤ ਨੂੰ ਮੱਧ ਪੂਰਬ ਅਤੇ ਯੂਰਪ ਦੇ ਨਾਲ ਜੋੜਨ ਵਾਲਾ ਇੱਕ ਰੇਲ ਅਤੇ ਸ਼ਿਪਿੰਗ ਕੋਰੀਡੋਰ ਇਸ ਇਸਟੈਬਲਿਸ਼ ਕਰਨ ਦੀ ਜਿਹੜਾ ਹੈ ਸਮਝੌਤਾ ਹੋਇਆ ਹੈ। ਇਸ ਦੇ ਵਿੱਚ ਸ਼ਾਮਲ ਦੇਸ਼ ਹੈਗੇ ਆ ਭਾਰਤ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਯਾਰਡਨ, ਇਜ਼ਰਾਈਲ ਤੇ ਯੂਰਪੀਅਨ ਯੂਨੀਅਨ। ਇਹਨਾਂ ਸਾਰਿਆਂ ਦਾ ਜਿਹੜਾ ਸਮਝੌਤਾ ਹੈ ਉਹ ਇਹਨਾਂ ਦੋਨਾਂ ਖੇਤਰਾਂ ਨੂੰ ਲੈ ਕੇ ਆਇਆ ਹੈ ਕਿ ਇੱਕ ਰੇਲ ਅਤੇ ਸ਼ਿਪਿੰਗ ਕੋਰੀਡੋਰ ਜਿਹੜੀ ਹੈ ਉਹ ਸਥਾਪਿਤ ਕੀਤੀ ਜਾਊਗੀ, ਬਣਾਈ ਜਾਊਗੀ। ਇਸ G20 ਦਾ ਇਹ 18ਵੇਂ ਸੰਮੇਲਨ ਦੇ ਕੁਝ ਸਿੱਟੇ ਸੀਗੇ। ਓਕੇ, ਇਹ ਸੀਗਾ ਜੀ ਆਪਣਾ ਅੱਜ ਦਾ ਟੌਪਿਕ, ਜਿਸ ਦੇ ਵਿੱਚ ਆਪਾਂ G20 ਸੰਮੇਲਨ ਦੇ ਬਾਰੇ ਡਿਸਕਸ ਕੀਤਾ ਹੈ, ਉਸਦੇ ਸੰਮੇਲਨਾਂ ਦਾ ਜ਼ਿਕਰ ਕੀਤਾ ਹੈਗਾ। ਵਰਤਮਾਨ ਸਮੇਂ ਜੋ 2023 ਦੇ ਵਿੱਚ ਸੰਮੇਲਨ ਹੋਇਆ ਉਸ ਦੇ ਬਾਰੇ ਆਪਾਂ ਡਿਸਕਸ ਕੀਤਾ ਹੈ। ਉਮੀਦ ਕਰਦਾ ਤੁਹਾਡੇ ਸਾਰਿਆਂ ਲਈ ਹੈਲਪ ਹੋ ਰਿਹਾ ਹੋਊਗਾ, ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਊਗਾ। WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੈਗੇ ਹੋ। ਇਸ ਤੋਂ ਇਲਾਵਾ ਇਸ ਦੀ PDF ਕਲੈਕਟ ਕਰਨ ਦੇ ਲਈ ਤੁਸੀਂ ਰਮਨ ਇੰਸਟੀਚਿਊਟ ਦੀ ਜੋ ਐਪ ਹੈ ਪਲੇ ਸਟੋਰ ਤੋਂ ਉਹ ਡਾਊਨਲੋਡ ਕਰ ਸਕਦੇ ਹੋ। ਥੈਂਕ ਯੂ ਸੋ ਮਚ ਜੀ। ਸੋ ਨੈਕਸਟ ਮਿਲਦੇ ਹਾਂ ਅਗਲੇ ਸੈਸ਼ਨ ਦੇ ਵਿੱਚ।